ਸਰਬੱਤ ਸੰਗਤਾਂ ਜੋ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਗੁਰ ਅਕਾਲ ਸਾਹਿਬ ਅਲੀਵਾਲ ਮੋੜ ਵਿਖੇ ਇਕੱਤਰ ਹੋ ਕਰਕੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦੇ ਹੋ ਤੇ ਉਸ ਦਾਤੇ ਦੀ ਸਿਫਤ ਕਰਦਿਆਂ ਹੋਇਆਂ ਜੀਵਨ ਦੀਆਂ ਘੜੀਆਂ ਨੂੰ ਸਫਲਿਆ ਕਰਦੇ ਹੋ। ਕਿਉਂ ਸਤਿਗੁਰੂ ਜੀ ਕਹਿੰਦੇ ਨੇ ਕਿ ਜੀਵ ਇਸ ਦੁਨੀਆ ਤੇ ਆਉਂਦਾ ਔਰ ਆਣ ਕਰਕੇ ਉਸ ਮਾਇਆ ਰੂਪੀ ਜੰਜਾਲ ਦੇ ਵਿੱਚ ਫਸ ਜਾਂਦਾ, ਜਿਹੜਾ ਜੰਜਾਲ ਇਹਨੂੰ ਉਸ ਪਾਸੇ ਨੂੰ ਲੈ ਕੇ ਜਾਂਦਾ ਜਿਸ ਪਾਸੇ ਤੋਂ ਇਹ ਆਇਆ ਹੁੰਦਾ ਆ। ਤੇ ਆਇਆ ਕਿਸ ਪਾਸੇ ਤੋਂ ਆਏ? ਸਤਿਗੁਰੂ ਜੀ ਕਹਿੰਦੇ ਨੇ ਇਹ 84 ਦੇ ਗੇੜੇ ਚੋਂ ਆ ਕਰਕੇ ਮਨੁੱਖੇ ਜਾਮੇ ਨੂੰ ਧਾਰਨ ਕੀਤਾ। ਫਿਰ 84 ਦੇ ਗੇੜੇ 'ਚ ਪੈਂਦਾ ਆ। ਪਰ ਜਿਨ੍ਹਾਂ ਦੇ ਭਾਗ ਜਾਗਦੇ ਨੇ, ਜਿਨ੍ਹਾਂ ਤੇ ਗੁਰੂ ਨਾਨਕ ਦੀਆਂ ਨਜ਼ਰਾਂ ਹੁੰਦੀਆਂ ਨੇ, ਉਹ ਸਤ ਸੰਗਤ ਵਿੱਚ ਆਣ ਕੇ ਬੈਠਦੇ ਨੇ। ਤੇ ਤੁਸੀਂ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਬੜੀ ਸ਼ਰਧਾ ਨਾਲ, ਪਹਿਲੀ ਵਾਰ ਇਹ ਤੇ ਬੜਾ ਆਨੰਦ ਆ ਰਿਹਾ ਸੀਗਾ। ਤੇ ਸਤਿਗੁਰੂ ਕਿਰਪਾ ਕਰਦੇ ਨੇ ਜਿਨ੍ਹਾਂ ਤੇ ਉਹੀ ਬਾਣੀ ਦੇ ਵਿੱਚ ਜੁੜਦੇ ਨੇ ਤੇ ਉਹਨਾਂ ਨੂੰ ਹੀ ਆਨੰਦ ਆਉਂਦਾ ਆ, ਉਹਨਾਂ ਦਾ ਹੀ ਦਿਲ ਕਰਦਾ ਕਿ ਇਹ ਬਾਣੀ ਚੱਲਦੀ ਰਹੇ। ਤੇ ਇਹ ਆਪਾਂ ਇਸੇ ਤਰ੍ਹਾਂ ਹੌਲੀ ਹੌਲੀ ਅੱਗੇ ਤੋਂ ਤੁਸੀਂ ਸਮੇਂ ਸਿਰ ਪਹੁੰਚਣਾ। ਲਗਭਗ 11 ਵਜੇ ਆਪਾਂ ਆਰੰਭ ਕਰਿਆ ਕਰਾਂਗੇ। ਫਿਰ 11 ਤੋਂ 1 ਵਜੇ ਤੱਕ ਜਿਹੜਾ ਆ 12 ਤੋਂ 1 ਵਜੇ ਤੱਕ ਆਪਾਂ ਸਤਿਗੁਰੂ ਜੀ ਦੀਆਂ ਕਥਾ ਵਿਚਾਰਾਂ ਦੀ ਸਿਫਤਾਂ ਕਰਿਆ ਕਰਾਂਗੇ। ਜੋ ਹੁਕਮਨਾਮਾ ਆਇਆ ਕਰੇਗਾ ਉਹਦੀ ਵਿਚਾਰ ਕਰਿਆ ਕਰਾਂਗੇ। ਸਤਿਗੁਰੂ ਜੀ ਅੱਜ ਦੇ ਪਾਵਨ ਹੁਕਮਨਾਮੇ ਦੇ ਰਾਹੀਂ ਜੋ ਸਾਨੂੰ ਸਮਝਾਇਆ ਕਿ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ। ਜਿਹੜਾ ਪ੍ਰਭੂ ਦੀ ਸ਼ਰਨ ਦੇ ਵਿੱਚ ਆਉਂਦਾ ਉਹਦੇ ਸਾਰੇ ਜਿਹੜੇ ਡਰ ਨੇ ਖਤਮ ਹੋ ਜਾਂਦੇ ਨੇ। ਪ੍ਰਭ ਕੀ ਸ਼ਰਨ ਸਗਲ, ਸਗਲ ਦਾ ਮਤਲਬ ਸਾਰੇ, ਤੇ ਭੈ ਜਿਹੜੇ ਹੁੰਦੇ ਨੇ ਉਹਦਾ ਮਤਲਬ ਹੈ ਡਰ। ਤੇ ਪ੍ਰਭੂ ਦੀ ਸ਼ਰਨ ਐਸੀ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿੰਨੇ ਡਰ ਨੇ ਬੰਦੇ ਦੇ। ਜੇ ਕਿਸੇ ਨੇ ਬੱਚਾ ਬਾਹਰ ਭੇਜਣਾ ਤਦ ਡਰ, ਜੇ ਕਿਸੇ ਨੇ ਬਾਹਰ ਜਾਣਾ ਕਾਗਜ਼ ਲਾਉਣੇ ਨੇ ਤਦ ਡਰ, ਜੇ ਕੋਈ ਕਾਰੋਬਾਰ ਪ੍ਰਾਰੰਭ ਕਰਨਾ ਤਦ ਡਰ, ਜੇ ਕੋਈ ਨਵਾਂ ਕਾਰਜ ਪ੍ਰਾਰੰਭ ਕਰਨਾ ਤਦ ਡਰ। ਹਰ ਪੈਰ ਪੈਰ ਤੇ ਡਰ ਪਿਆ ਆ। ਸਤਿਗੁਰੂ ਜੀ ਕਹਿੰਦੇ ਤੂੰ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾ ਤੇ ਉੱਥੇ ਤੇਰੇ ਜਿਹੜੇ ਡਰ ਨੇ ਉਹ ਖਤਮ ਹੋ ਜਾਣਗੇ। ਤੇ ਸ਼ਰਨ ਦਾ ਮਤਲਬ ਕੀ ਹੈ? ਅੰਦਰੋਂ ਪ੍ਰੇਮ ਭਾਵਨਾ ਦੇ ਨਾਲ ਬਾਣੀ ਦੇ ਨਾਲ ਜੁੜਨਾ, ਅੰਦਰੋਂ ਸ਼ਰਧਾ ਦੇ ਨਾਲ ਗੁਰੂ ਦੀ ਸੰਗਤ ਵਿੱਚ ਬੈਠਣਾ। ਜਦੋਂ ਗਲ ਦੇ ਵਿੱਚ ਫਾਹ ਪਿਆ, ਜਦੋਂ ਰੋਗ ਲੱਗ ਗਿਆ, ਦਵਾਈ ਤੇ ਉਦੋਂ ਖਾਣੀ ਪੈਂਦੀ ਹੈ। ਜਦੋਂ ਰੋਗ ਉਤਪੰਨ ਹੋ ਗਿਆ ਫਿਰ ਉਹ ਰੋਗ ਦਾ ਪਤਾ ਨਹੀਂ ਉਹ ਕੱਟਿਆ ਜਾਵੇ ਕਿ ਨਾ ਕੱਟਿਆ ਜਾਵੇ। ਉਹ ਫਿਰ ਐਕਸਪੈਰੀਮੈਂਟ ਹੁੰਦੇ ਨੇ, ਵਾਰ-ਵਾਰ ਦਵਾਈਆਂ ਖਾਧੀਆਂ ਜਾਂਦੀਆਂ ਨੇ, ਵਾਰ-ਵਾਰ ਦਵਾਈਆਂ ਬਦਲੀਆਂ ਜਾਂਦੀਆਂ, ਵਾਰ-ਵਾਰ ਡਾਕਟਰ ਬਦਲੇ ਜਾਂਦੇ ਨੇ, ਪਰ ਰੋਗ ਕਿਸੇ ਵਿਰਲੇ ਦਾ ਹੀ ਕੱਟਿਆ ਜਾਂਦਾ। ਇਸ ਕਰਕੇ ਜਿਹੜਾ ਸ਼ਰਨ ਵਿੱਚ ਆ ਜਾਂਦਾ, ਜਿਹੜਾ ਬਾਣੀ ਵਿੱਚ ਜੁੜ ਜਾਂਦਾ, ਉਹਦੇ ਡਰ, ਉਹਦੇ ਭੈ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਦੁੱਖ ਬਿਨਸੇ ਸੁਖ ਪਾਇਆ। ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹ ਸੁੱਖਾਂ ਦੀ ਪ੍ਰਾਪਤੀ ਕਰ ਜਾਂਦਾ। ਉਹਨੂੰ ਕਿਸੇ ਗੱਲ ਦਾ ਭੈ ਨਹੀਂ ਰਹਿੰਦਾ, ਕਿਸੇ ਗੱਲ ਦਾ ਡਰ ਨਹੀਂ ਰਹਿੰਦਾ। ਜਿਸ ਬੱਚੇ ਦਾ ਮਾਂ ਬਾਪ ਨਾਲ ਹੋਵੇ ਤੇ ਉਹ ਬਾਜ਼ਾਰ ਦੇ ਵਿੱਚ ਜਦੋਂ ਚਲਿਆ ਜਾਂਦਾ ਤੇ ਉਹਨੂੰ ਮਾਣ ਹੁੰਦਾ ਕਿ ਮੇਰਾ ਬਾਪ ਨਾਲ ਹੈ, ਉਹਨੂੰ ਕਿਸੇ ਗੱਲ ਦਾ ਡਰ ਨਹੀਂ ਰਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ, ਜੇ ਤੂੰ ਵੀ ਇਸ ਦੁਨੀਆ ਦੇ ਵਿੱਚ ਰਹਿ ਕਰਕੇ ਪਰਮਾਤਮਾ ਨੂੰ ਇਹ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਹਾਜ਼ਰ ਨਾਜ਼ਰ ਸਮਝੇਗਾ ਕਿ ਪਰਮਾਤਮਾ ਮੇਰੇ ਨਾਲ ਹੈ, ਸਭਨਾ ਕਾ ਮਾਂ ਪਿਓ
ਆਪ ਹੈ ਆਪੇ ਸਾਰ ਕਰੇ। ਜਿਹਦੇ ਨਾਲ ਪ੍ਰਮਾਤਮਾ ਹੋ ਗਿਆ, ਪਰ ਪ੍ਰਮਾਤਮਾ ਉਹਦੇ ਨਾਲ ਰਹਿਣਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਰ ਸਿਮਰਨ ਜਿਹੜਾ ਆ, ਪ੍ਰਮਾਤਮਾ ਦੀ ਬੰਦਗੀ ਜਿਹੜੀ ਹੈ, ਉਹ ਸੰਗਤ ਤੋਂ ਬਿਨਾਂ ਨਹੀਂ ਹੋ ਸਕਦੀ। ਪ੍ਰਮਾਤਮਾ ਦੀ ਬੰਦਗੀ ਸਾਧੂਆਂ ਤੋਂ ਬਿਨਾਂ, ਸੰਤਾਂ ਤੋਂ ਬਿਨਾਂ ਨਹੀਂ ਹੋ ਸਕਦੀ। ਜਿਹੜਾ ਜੀਵ ਆਪਣੀ ਜ਼ਿੰਦਗੀ ਦੇ ਵਿੱਚ ਸਾਧੂਆਂ ਦੀ ਸੰਗਤ ਵਿੱਚ ਜੁੜ ਜਾਂਦਾ, ਸੰਤਾਂ ਦੀ ਸੰਗਤ ਵਿੱਚ ਜੁੜ ਜਾਂਦਾ ਆ, ਉਹ ਆਪਣੇ ਆਪ ਹੀ ਜਪਦਾ ਸਤਿਨਾਮ ਸ੍ਰੀ। ਸਿਮਰਨ ਚੱਲਣ ਲੱਗ ਪੈਂਦਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਪਰਮਾਤਮਾ ਦੀ ਬੰਦਗੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਦੁਨੀਆਦਾਰੀ ਕਮਾਉਂਦਾ ਰਹਿੰਦਾ ਆ, ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਮਾਇਆ ਇਕੱਠੀ ਕਰਨ ਦੇ ਵਿੱਚ ਬਤੀਤ ਕਰ ਦਿੰਦਾ, ਸਤਿਗੁਰੂ ਜੀ ਕਹਿੰਦੇ ਨਾ ਉਹ ਆਪ ਜਪਦਾ ਤੇ ਨਾ ਉਹਦਾ ਪਰਿਵਾਰ ਜੁੜ ਪਾਉਂਦਾ ਆ। ਕਿਉਂਕਿ ਸਾਧੂਆਂ ਦੀ ਸੰਗਤ ਦੇ ਨਾਲ, ਸੰਤਾਂ ਦੀ ਸੰਗਤ ਦੇ ਨਾਲ ਮਨ ਦੇ ਵਿੱਚ ਗੁਰੂ ਪ੍ਰਤੀ ਪਿਆਰ ਜਾਗਦਾ, ਮਨ ਵਿੱਚ ਇਸ ਜ਼ਿੰਦੜੀ ਦਾ ਸੁਭਾਅ ਚੇਂਜ ਹੁੰਦਾ ਆ ਕਿ ਵਾਕਿਆ ਹੀ ਅਸੀਂ ਇਸ ਦੁਨੀਆ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਏ ਹਾਂ, ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਆਏ ਹਾਂ। ਇਹ ਤਦ ਹੀ ਪਤਾ ਲੱਗਦਾ ਜੇ ਸਾਧੂਆਂ ਦੀ ਸੰਗਤ ਵਿੱਚ ਜਾਇਆ ਜਾਵੇ, ਸੰਤਾਂ ਦੀ ਸੰਗਤ ਵਿੱਚ ਜਾਇਆ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜੀਵ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਆ, ਜਿਹੜਾ ਜੀਵ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਆ, ਉਹਦੇ ਸਾਰੇ ਡਰ ਨੇ ਜਿਹੜੇ ਉਹ ਖਤਮ ਹੁੰਦੇ ਨੇ। ਉਹਨੂੰ ਭਰੋਸਾ ਇੰਨਾ, ਉਹਦੀ ਜ਼ਿੰਦਗੀ ਦੇ ਵਿੱਚ ਯਕੀਨ ਇੰਨਾ ਬਣ ਜਾਂਦਾ ਕਿ ਗੁਰੂ ਮੇਰੇ ਨਾਲ ਹੈ, ਸਤਿਗੁਰੂ ਮੇਰੇ ਨਾਲ ਹੈ, ਗੁਰੂ ਦੀ ਬਾਣੀ ਮੇਰੇ ਨਾਲ ਹੈ, ਜਪਜੀ ਸਾਹਿਬ ਦਾ ਪਾਠ ਮੇਰੇ ਨਾਲ ਹੈ। ਉਹਨੂੰ ਡਰ ਨਹੀਂ ਜੇ ਰਹਿੰਦਾ, ਜਿੱਧਰ ਨੂੰ ਵੀ ਉਹ ਕਦਮ ਪੁੱਟਦਾ ਗੁਰੂ ਉਹਦੇ ਅੰਗ ਸੰਗ ਨਾਲ ਨਿਭਦਾ ਆ। ਤੇ ਜਿਹਦੇ ਨਾਲ ਗੁਰੂ ਅੰਗ ਸੰਗ ਨਿਭਣ ਲੱਗ ਜਾਵੇ, ਉਹਨੂੰ ਇਸ ਦੁਨੀਆ ਤੇ ਕਿਸੇ ਗੱਲ ਦਾ ਘਾਟਾ ਨਹੀਂ ਪੈਂਦਾ। ਇਸ ਕਰਕੇ ਆਪਾਂ ਨੇ ਜਿੱਥੇ ਗੁਰੂ ਦੀ ਸ਼ਰਨ ਵਿੱਚ ਆਏ ਆ, ਵੱਡੇ ਭਾਗ ਨੇ, ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਤੇ ਇਸ ਘੜੀਆਂ ਦਾ, ਇਸ ਸਮੇਂ ਦਾ ਲਾਹਾ ਲੈਣਾ ਸਾਡਾ ਫਰਜ਼ ਬਣਦਾ ਆ। ਇਹਨਾਂ ਘੜੀਆਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਆ। ਤੇ ਜਿਹੜੇ ਜੀਵ ਵਾਕਈ ਦਿਲੋਂ ਪਿਆਰ ਕਰਦੇ ਨੇ, ਉਹ ਵੇਲੇ ਨੂੰ ਨਹੀਂ ਖੁੰਝਣ ਦਿੰਦੇ। ਉਹ ਕਹਿੰਦੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠਣਾ ਹੀ ਬੈਠਣਾ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਹੀ ਬੈਠਣਾ ਆ। ਸਤਿਗੁਰੂ ਜੀ ਉਹਨਾਂ ਤੇ ਬਖਸ਼ਿਸ਼ ਕਰਦੇ ਨੇ। ਫਿਰ ਉਹਨਾਂ ਦਾ ਹੌਲੀ ਹੌਲੀ ਜਿਹੜੀ ਹੈ ਲਿਵ ਜੁੜਨੀ ਸ਼ੁਰੂ ਹੋ ਜਾਂਦੀ ਹੈ। ਫਿਰ ਜਿਉਂ-ਜਿਉਂ ਲਿਵ ਜੁੜਦੀ ਹੈ, ਸਤਿਗੁਰੂ ਜੀ ਉਹਨਾਂ ਤੇ ਬਖਸ਼ਿਸ਼ ਕਰਦੇ 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 ਉਹ ਕਿਤੇ ਤੇ ਕਿਤੇ ਪਹੁੰਚ ਜਾਂਦੇ ਨੇ। ਅੱਜ ਤੁਰਿਆ, ਕੱਲ ਨੂੰ ਕਿਤੇ, ਪਰਸੋਂ ਨੂੰ ਕਿਤੇ ਉਹ ਪਹੁੰਚ ਜਾਂਦਾ। ਪਰ ਜਿਨ੍ਹਾਂ ਨੇ ਬਸ ਉੱਥੇ ਦੇ ਉੱਥੇ ਹੀ ਬੈਠੇ ਰਹਿਣਾ, ਕਿਉਂਕਿ ਦੁਨੀਆ ਦੇ ਪਦਾਰਥ ਕਦੀ ਲੈਂਦੇ ਲੈਂਦੇ ਅਸੀਂ ਖੁਸ਼ ਨਹੀਂ ਹੋ ਸਕਦੇ। ਪ੍ਰਭੂ ਦੀ ਕਿਰਪਾ ਜਿਨ੍ਹਾਂ ਤੇ ਹੁੰਦੀ ਹੈ, ਉਹਨਾਂ ਨੂੰ ਨਾਮ ਦੀ ਦਾਤ ਜਿਨ੍ਹਾਂ ਦੀ ਝੋਲੀ ਦੇ ਵਿੱਚ ਪੈ ਜਾਂਦੀ ਹੈ, ਉਹਨਾਂ ਦੇ ਘਰ ਖੁਸ਼ੀਆਂ ਆਉਂਦੀਆਂ ਹੀ ਆਉਂਦੀਆਂ ਨੇ, ਉਹਨਾਂ ਦੇ ਘਰ ਬਰਕਤ ਆਉਂਦੀ ਹੈ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ, ਜਿਹੜਾ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਆ, ਜਿਹੜਾ ਨਾਮ ਜਪਦਾ, ਜਿਹੜਾ ਸਿਮਰਨ ਕਰਦਾ, ਜਿਹੜਾ ਬਾਣੀ ਪੜ੍ਹਦਾ, ਉਹਨਾਂ ਘਰ ਬਰਕਤ ਆਉਣੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਉਹ ਪੂਰੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਉਹ ਦਇਆਵਾਨ ਹੋ ਜਾਂਦਾ, ਉਹ ਤਰਸ ਕਰਨ ਲੱਗ ਪੈਂਦਾ ਆ। ਨਹੀਂ ਤੇ ਕਈ ਵਾਰ ਕਿੰਨੇ ਅਸੀਂ ਔਕੜਾਂ ਦੇ ਵਿੱਚੋਂ ਲੰਘਦੇ ਹਾਂ, ਕਿੰਨੀਆਂ ਪਰੇਸ਼ਾਨੀਆਂ ਪੈਦਾ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ, ਕਿੰਨਾ ਨਾਮ ਵੀ ਜਪਦੇ ਆ, ਬਾਣੀ ਵੀ ਪੜ੍ਹਦੇ ਆ, ਬੰਦਗੀ ਵੀ ਕਰਦੇ ਆ, ਕਈ ਕੁਝ ਕਰਦੇ ਆ, ਪਰ ਅਸੀਂ ਜ਼ਿੰਦਗੀ ਵਿੱਚ ਕਦੀ ਕੁਝ ਕੀਤਾ ਹੀ ਨਹੀਂ। ਪਤਾ ਨਹੀਂ ਪਿਛਲੇ ਜਨਮ ਦੀ ਸਾਡੀ ਬੰਦਗੀ ਹੈਗੀ ਹੈ ਕਿ ਨਹੀਂ ਹੈਗੀ, ਪਿਛਲੇ ਜਨਮ 'ਚ ਅਸੀਂ ਨਾਮ ਜਪਿਆ ਕਿ ਨਹੀਂ ਜਪਿਆ, ਦਾਨ ਪੁੰਨ ਕੀਤਾ ਕਿ ਨਹੀਂ ਕੀਤਾ। ਉਹ ਪਿਛਲੇ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਸਾਨੂੰ ਝੱਲਣੇ ਪੈਂਦੇ ਨੇ, ਪਿਛਲੇ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਸਾਨੂੰ ਝੱਲਣੇ ਪੈਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬੰਦਿਆ, ਜੇ ਤੂੰ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੱਗਾ ਰਵੇਂ, ਪਤਾ ਨਹੀਂ ਹੌਲੀ ਹੌਲੀ ਜਿਹੜਾ ਉਹ ਖਾਨਾ ਖਾਲੀ ਪਿਆ ਸੀ ਉਹ ਪੂਰਾ ਹੋ ਕੇ ਬਾਅਦ ਵਿੱਚ ਤੈਨੂੰ ਬੰਦਗੀ ਦੀ ਜਿਹੜੀ ਬਰਕਤ ਹੈ ਉਹ ਤੇਰੀ ਝੋਲੀ ਵਿੱਚ ਪੈਣੀ ਹੈ। ਅਸੀਂ ਕੀ ਕਰਦੇ ਹਾਂ, 40 ਦਿਨ ਜਪਿਆ ਨਾਮ, 40 ਦਿਨ ਕੀਤੀ ਯਾਤਰਾ ਤੇ ਨਹੀਂ ਕਾਰਜ ਰਾਸ ਹੋਇਆ, ਨਵਾਂ ਬਾਬਾ ਲੱਭ ਲੈਂਦੇ ਆ, ਨਵੇਂ ਰਸਤੇ ਨੂੰ ਤੁਰ ਪੈਂਦੇ ਆ।
ਪਰ ਕਈ ਵਾਰੀ ਕੀ ਹੁੰਦਾ ਆ, ਖਜ਼ਾਨਾ ਖਾਲੀ ਪਹਿਲਾਂ ਹੀ ਪਿਛਲੇ ਜਨਮਾਂ ਦਾ ਪਿਆ ਆ, ਪਹਿਲੋਂ ਉਹਨੂੰ ਭਰਨਾ ਪੈਂਦਾ, ਫੇਰ ਜਿਹੜੇ ਅਗਲੇ ਕਾਰਜ ਨੇ ਉਹ ਸੌਰਦੇ ਨੇ। ਇਸ ਕਰਕੇ ਸੰਗਤ ਨਾਲੋਂ ਟੁੱਟਣਾ ਨਹੀਂ ਚਾਹੀਦਾ, ਸੰਤਾਂ ਦੇ ਨਾਲੋਂ ਟੁੱਟਣਾ ਨਹੀਂ ਚਾਹੀਦਾ, ਜੁੜੇ ਰਹਿਣਾ ਚਾਹੀਦਾ। ਹੌਲੀ ਹੌਲੀ ਇੱਕ ਦਿਨ ਐਸਾ ਆ ਜਾਣਾ, ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ, ਹਿਰਦੇ ਦੇ ਵਿੱਚ ਪਿਆਰ ਉਤਪੰਨ ਹੋ ਜਾਣਾ, ਗੁਰੂ ਦੀ ਸੰਗਤ ਵਿੱਚ ਜੁੜਨ ਨੂੰ ਦਿਲ ਕਰਨ ਲੱਗ ਪੈਣਾ ਆ। ਇਸ ਕਰਕੇ ਟੁੱਟਣਾ ਨਹੀਂਗਾ। ਜਿਹੜਾ ਜੀਵਨ ਮਿਲਿਆ ਗੁਰੂ ਦੇ ਕੋਲੋਂ, ਉਸ ਜੀਵਨ ਨੂੰ ਅਪਣਾਉਣਾ ਸਾਡਾ, ਲਫ਼ਜ਼ ਜਿਹੜੇ ਨੇ ਗੁਰੂ ਦੇ ਉਹ ਨਿਯਮ ਹੈ ਸਾਡਾ, ਆਪਣੀ ਜ਼ਿੰਦਗੀ ਦੇ ਵਿੱਚ ਜੁੜਨਾ ਸਾਡਾ ਫਰਜ਼ ਬਣਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਸਾਡੇ ਤੇ ਮਿਹਰ ਕਰ ਦਿੰਦਾ ਆ, ਤੇ ਸਾਡੇ ਜਿਹੜੇ ਡਰ ਨੇ ਉਹ ਭੈ ਨੇ ਉਹ ਖਤਮ ਹੋ ਜਾਂਦੇ ਨੇ। ਤੇ ਜਿਹੜਾ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਆ, ਉਹਦੇ ਹੀ ਇਹ ਸਾਰੇ ਖਤਮ ਹੁੰਦੀਆਂ ਨੇ ਖੇਡਾਂ। ਨਹੀਂ ਤੇ ਸਾਰੀ ਜ਼ਿੰਦਗੀ ਰੋਂਦਾ ਹੀ ਇਸ ਦੁਨੀਆ ਤੋਂ ਚਲਾ ਜਾਂਦਾ, ਰੋਂਦਾ ਹੀ ਇਸ ਦੁਨੀਆ ਤੇ ਆਉਂਦਾ ਤੇ ਰੋਂਦਾ ਹੀ ਚਲੇ ਜਾਂਦਾ ਆ। ਤੇ ਸਤਿਗੁਰੂ ਜੀ ਕਹਿੰਦੇ ਨੇ ਵਣਜਾਰਿਆਂ ਸਿਓ ਵਣਜ ਕਰ, ਲੈ ਲਾਹਾ ਮਨ ਹੱਸ। ਉਹ ਬੰਦਿਆ ਜਿਹੜੇ ਤੇਰੇ ਰੱਬ ਦੇ ਪਿਆਰੇ ਨੇ, ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਨੇ, ਉਹਨਾਂ ਦੇ ਚਰਨਾਂ ਨਾਲ ਜੁੜ ਕੇ ਇਸ ਮਨ ਨੂੰ ਵੀ ਹਾਸੇ ਖੇੜੇ ਕਿਤੇ ਬਖਸ਼, ਇਸ ਮਨ ਨੂੰ ਵੀ ਕਿਤੇ ਖੁਸ਼ੀਆਂ ਦਾ ਆਨੰਦ ਮਾਣ ਲੈਣ ਦੇ। ਤੂੰ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੀ ਇਸ ਦੁਨੀਆ ਤੋਂ ਚਲੇ ਜਾਣਾ ਹੀ। ਕਿਉਂ ਨਹੀਂ ਪ੍ਰਮਾਤਮਾ ਦਾ ਸਿਮਰਨ ਕਰਦਾ, ਕਿਉਂ ਨਹੀਂ ਪ੍ਰਮਾਤਮਾ ਦੀ ਬੰਦਗੀ ਕਰਦਾ? ਤੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਜੀਓ ਤੂੰ ਮੇਰੂ ਸਾਹਿਬ, ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਇਹੀ ਅਰਦਾਸ ਕਰਿਆ ਕਰੀਏ, ਪ੍ਰਮਾਤਮਾ ਜੀ ਵਾਹਿਗੁਰੂ ਜੀ ਤੂੰ ਹੀ ਮੇਰਾ ਦਾਤਾ, ਦਾਤਾ ਦੇਣ ਵਾਲਾ ਸਾਹਿਬ ਆ। ਮੇਰਾ ਕੋਈ ਹੋਰ ਤੇਰੇ ਤੋਂ ਬਗੈਰ ਆਸਰਾ ਨਹੀਂਗਾ, ਮੇਰਾ ਹੋਰ ਤੇਰੇ ਤੋਂ ਬਗੈਰ ਕੋਈ ਵੀ ਸਹਾਰਾ ਨਹੀਂਗਾ। ਪਰਮਾਤਮਾ ਜੀ ਮੈਂ ਤੇਰੇ ਦਰ ਤੇ ਅੱਗੇ ਝੋਲੀ ਅੱਡਣੀ ਆ, ਭਾਵੇਂ ਤੂੰ ਦੇ ਤੇ ਭਾਵੇਂ ਨਾ ਦੇ। ਤੂੰ ਜਾਣਦਾ ਆ ਕਿ ਮੈਨੂੰ ਕਿਸ ਚੀਜ਼ ਦੀ ਲੋੜ ਆ। ਉਹ ਬਿਨਾਂ ਮੰਗਣ ਤੋਂ ਸਾਰਾ ਕੁਝ ਦਵੇਗਾ, ਪਰ ਗੱਲ ਹੈ ਜੁੜਨ ਦੀ, ਗੱਲ ਹੈ ਜੁੜਨ ਦੀ। ਜੇ ਜੁੜੇ ਰਹੇ, ਜੇ ਗੁਰੂ ਦੀ ਬਰਕਤ ਹਿਰਦੇ ਵਿੱਚ ਵਸਾਉਂਦੇ ਰਹੇ, ਇੱਕ ਦਿਨ ਐਸਾ ਆ ਜਾਣਾ ਆ, ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਚੈ ਅਰਦਾਸ। ਬਿਨਾਂ ਬੋਲਣ ਤੋਂ ਗੁਰੂ ਨੇ ਝੋਲੀਆਂ ਭਰਦੇ ਜਾਣਾ, ਪਰ ਗੱਲ ਹੈ ਚੌਂਕੜਾ ਮਾਰਨ ਦੀ, ਗੱਲ ਹੈ ਸਿਮਰਨ ਕਰਨ ਦੀ, ਗੱਲ ਹੈ ਅੰਮ੍ਰਿਤ ਵੇਲਾ ਸੰਭਾਲਣ ਦੀ, ਗੱਲ ਹੈ ਗੁਰੂ ਦੀ ਗੋਦ ਵਿੱਚ ਪ੍ਰੇਮ ਨਾਲ ਬੈਠਣ ਦੀ। ਬੈਠਦੇ ਤੇ ਸਾਰੇ ਆ, ਬੈਠਦੇ ਮਗਰੋਂ ਆ, ਪਰ ਮੰਗਾਂ ਪਹਿਲੋਂ ਨੇ ਮਨ ਦੇ ਵਿੱਚ, ਮਨ ਦੇ ਵਿੱਚ ਮੰਗ ਪਹਿਲੋਂ ਆ ਕਿ ਆਹ ਜਿਹੜੀ ਚੀਜ਼ ਮੈਨੂੰ ਦੇ। ਮੈਂ ਪਰਸੋਂ ਹੀ ਫੋਨ ਕਰ ਰਿਹਾ ਸੀ ਭੈਣ ਨੂੰ ਇੱਥੇ, ਤੇ ਕਹਿੰਦੇ ਮੈਂ ਕਿਹਾ ਆਹ ਚੀਜ਼ ਦੀ ਜ਼ਰੂਰਤ ਹੈ, ਭੇਜੋਗੇ? ਕਹਿੰਦੇ ਤੁਸੀਂ ਕਿਹੜਾ ਸਾਡਾ ਪੁੱਤ ਜਹਾਜ਼ ਤੇ ਚੜਾਇਆ ਆ। ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ, ਮੰਗ ਅਸੀਂ ਗੁਰੂ ਦੇ ਦਰ ਤੋਂ ਪਹਿਲਾਂ ਮੰਗ ਰੱਖ ਲੈਂਦੇ ਆ, ਪਰ ਜਿਹੜਾ ਨਾਮ ਆ ਉਹ ਅਸੀਂ ਜਪਣ ਲਈ ਤਿਆਰ ਨਹੀਂ, ਸੇਵਾ ਕਰਨ ਲਈ ਅਸੀਂ ਤਿਆਰ ਨਹੀਂ ਗਏ। ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਪਹਿਲਾਂ ਨਾਮ ਜਪ, ਪਹਿਲਾਂ ਸਿਮਰਨ ਕਰ, ਪਹਿਲਾਂ ਬੰਦਗੀ ਕਰ, ਪਹਿਲਾਂ ਆਪਣਾ ਜਿਹੜਾ ਖਜ਼ਾਨਾ ਉਹਨੂੰ ਭਰ ਲੈ, ਜਿਹੜਾ ਖਾਲੀ ਕੀਤਾ ਈ। ਜਿਹੜੇ ਖਾਲੀ ਖਜ਼ਾਨੇ ਨੂੰ ਤੂੰ ਭਰਨ ਵਾਸਤੇ ਇਸ ਦੁਨੀਆ ਤੇ ਆਇਆ ਸੀ, ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਸ ਮਕਸਦ ਵਾਸਤੇ ਤੂੰ ਇਸ ਦੁਨੀਆ ਨੂੰ ਆਣ ਕੇ ਤੂੰ ਗ੍ਰਹਿਣ ਕੀਤਾ ਹੀ, ਉਸ ਮਕਸਦ ਨੂੰ ਪਹਿਲਾਂ ਪੂਰਾ ਕਰ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਦੀ ਦਾਤ ਉਹਨਾਂ ਦੀ ਝੋਲੀ 'ਚ ਪੈਂਦੀ ਹੈ ਜਿਹੜੇ ਸੰਗਤ ਵਿੱਚ ਜੁੜਦੇ ਨੇ, ਜਿਹੜੇ ਗੁਰੂ ਦੀ ਬਰਕਤ ਹਿਰਦੇ ਵਿੱਚ ਵਸਾਉਂਦੇ ਨੇ। ਤੇ ਗੁਰੂ ਦੀ ਬਰਕਤ ਉਹਨਾਂ ਦੇ ਹਿਰਦੇ ਵਿੱਚ ਵਸਦੀ ਜਿਹੜੇ ਸੰਤਾਂ ਦੇ ਨਾਲ ਪਿਆਰ ਕਰਦੇ ਨੇ, ਜਿਹੜੇ ਸਾਧੂਆਂ ਦੇ ਨਾਲ ਪਿਆਰ ਕਰਦੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਰੱਬ ਦੀ ਜਿਹੜੀ ਬਰਕਤ ਹੈ ਉਹ ਆਪਣੇ ਆਪ ਲੈਂਦੀ ਜਾਂਦੀ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਫਿਰ ਹੌਲੀ ਹੌਲੀ ਇੱਕ ਦਿਨ ਐਸਾ ਆ ਜਾਂਦਾ, ਉਹ ਦਿਆਲੂ, ਉਹ ਕਿਰਪਾਲੂ, ਉਹ ਮਾਲਕ ਸਾਡੇ ਤੇ ਦਇਆਵਾਨ ਹੋਣ ਲੱਗ ਪੈਂਦਾ। ਉਹਨੂੰ ਤਰਸ ਆਉਣਾ ਸ਼ੁਰੂ ਹੋ ਜਾਂਦਾ ਕਿ ਇਹ ਚੌਂਕੜਾ ਮਾਰ ਕੇ ਬੈਠਦਾ ਹੈ, ਇਹ ਬਿਨਾਂ ਸਵਾਰਥ ਤੋਂ,
ਇਹਦੀ ਕੋਈ ਮੰਗ ਨਹੀਂ ਗੀ। ਇਹ ਬਿਨਾਂ ਸਵਾਰਥ ਤੋਂ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਰਿਹਾ, ਇਹ ਬਿਨਾਂ ਸਵਾਰਥ ਤੋਂ ਬਾਣੀ ਪੜ੍ਹ ਰਿਹਾ, ਇਹ ਬਿਨਾਂ ਸਵਾਰਥ ਤੋਂ ਸੇਵਾ ਕਰਦਾ ਪਿਆ। ਉਹ ਫਿਰ ਰੱਬ ਆਪ ਆਣ ਕੇ ਅੱਗੇ ਉਹਦੇ ਕਾਰਜ ਸਵਾਰਦਾ, ਕਿਉਂਕਿ ਸਤਿਗੁਰੂ ਜੀ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਦਾ। ਜਿਹੜੇ ਭਗਤੀ ਕਰਨ ਵਾਲੇ ਉਹਨਾਂ ਦੇ ਕਾਰਜ ਤੇ ਆਪ ਸਵਾਰਦਾ, ਉਹਨਾਂ ਦੇ ਤੇ ਕਾਰਜ ਆਪ ਨਿਪਰੇ ਚਾੜਦਾ, ਕਿਸੇ ਦੇ ਅੱਗੇ ਝੋਲੀ ਅੱਡਣ ਦੀ ਲੋੜ ਨਹੀਂ ਪੈਂਦੀ। ਫਿਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਜਿਨ੍ਹਾਂ ਨੇ ਬੰਦਗੀ ਕੀਤੀ, ਉਹਨਾਂ ਦੇ ਕਾਰਜ ਪਰਮਾਤਮਾ ਸਵਾਰਦਾ ਹੈ। ਸਤਿਗੁਰੂ ਜੀ ਕਹਿੰਦੇ ਸਤਿਗੁਰ ਨਾਮ ਨਿਧਾਨ ਦਰੜਾਇਆ, ਚਿੰਤਾ ਸਗਲ ਬਿਨਾਸੀ। ਸਤਿਗੁਰੂ ਨੇ ਜਦੋਂ ਆਪਣੀ ਕਿਰਪਾ ਦੀ ਬਰਕਤ ਜਿਸ ਜੀਵ ਤੇ ਨਜ਼ਰ ਕਰ ਦਿੱਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਹੁਣ ਨਜ਼ਰ ਤੇ ਕਰ ਦਿੱਤੀ ਪਰਮਾਤਮਾ ਨੇ, ਨਜ਼ਰ ਕਰ ਦਿੱਤੀ ਹੈ, ਤੇ ਨਜ਼ਰ ਦੀ ਨਿਸ਼ਾਨੀ ਵੀ ਕੋਈ ਚਾਹੀਦੀ ਹੈ। ਨਜ਼ਰ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਕਹਿੰਦੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਉਹਦੀ ਨਿਸ਼ਾਨੀ ਇਹ ਆ, ਉਹਦਾ ਮਨ ਵੀ ਠੰਡਾ ਠਾਰ, ਉਹਦਾ ਤਨ ਵੀ ਠੰਡਾ ਠਾਰ ਹੋ ਜਾਂਦਾ। ਉਹ ਐ ਟਿਕ ਕੇ ਟਿਕਾਓ ਦੇ ਵਿੱਚ ਬੈਠ ਕਰਕੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਦਾ। ਹੁਣ ਮਨ ਦੀ ਟਿਕਾਓ ਕੀ ਹੈ? ਤੁਸੀਂ ਕਿਤੇ ਚੌਂਕੜਾ ਮਾਰੋ, ਨਿੱਤਰ ਮੁੰਦੋ, ਬੰਦ ਕਰ ਲਓ ਅੱਖਾਂ, ਐ ਸਵਾਸ ਜਦੋਂ ਖਿੱਚਦੇ ਹੋ ਅੰਦਰ ਬਾਹਰ, ਵੇਖਿਓ ਵੀ ਵਾਹਿਗੁਰੂ ਕਹਿਣਾ ਆ ਜਾਂ ਬਾਣੀ ਪੜ੍ਹਨੀ ਆ, ਤੇ ਵੇਖਿਓ ਮਨ ਕਿੰਨਾ ਕੁ ਟਿਕਦਾ ਆ। ਮਨ ਦੀ ਸਟੱਡੀ ਕਰਨੀ ਹੈ, ਮਨ ਦਾ ਧਿਆਨ ਧਰਨਾ ਆ ਕਿ ਕਿੱਥੇ ਫਿਰਦਾ ਆ, ਕੀ ਸੋਚ ਰਿਹਾ ਸੀਗਾ ਮੈਂ, ਕਿੱਥੇ ਗਿਆ ਸੀਗਾ, ਤੇ ਉੱਥੇ ਜਾਣ ਦਾ ਮੈਨੂੰ ਫਾਇਦਾ ਕੀ ਹੈ, ਉੱਥੇ ਜਾਣ ਦਾ ਮੈਨੂੰ ਲਾਹਾ ਕੀ ਹੈ। ਫਿਰ ਇਸ ਤਰ੍ਹਾਂ ਜਿਹੜਾ ਮਨ ਆ ਨਾ, ਉਹਦਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਇਹ ਮਨ ਜਿਹੜਾ ਆ ਕਿਵੇਂ ਚਾਰ ਦਿਸ਼ਾਵਾਂ ਦੇ ਵਿੱਚ ਘੁੰਮਦਾ ਆ, ਕਿਵੇਂ ਚਾਰ ਚੁਫੇਰੇ ਘੁੰਮਦਾ ਫਿਰਦਾ ਆ। ਹੌਲੀ ਹੌਲੀ ਜਿਉਂ-ਜਿਉਂ ਸਿਮਰਨ ਕਰਦੇ ਜਾਵਾਂਗੇ, ਬੰਦਗੀ ਕਰਦੇ ਜਾਵਾਂਗੇ, ਇੱਕ ਦਿਨ ਐਸਾ ਆ ਜਾਣਾ ਇਹਨੇ ਟਿਕਣਾ ਸ਼ੁਰੂ ਹੋ ਜਾਣਾ ਆ। ਤੇ ਜਿਸ ਦਿਨ ਟਿਕਣਾ ਸ਼ੁਰੂ ਹੋ ਗਿਆ ਇਹ ਮਨ, ਤੇ ਫਿਰ ਜਿਸ ਦਿਨ ਤੁਸੀਂ ਬੰਦਗੀ ਕਰਦੇ ਕਰਦੇ ਜਿਸ ਪਾਸੇ ਇਹ ਮਨ ਚਲਾ ਗਿਆ ਨਾ, ਜਿਸ ਪਾਸੇ ਸੋਚਣਾ ਸ਼ੁਰੂ ਕਰ ਦਿੱਤਾ, ਤੇ ਉਹ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣੇ ਆ। ਭਾਵੇਂ ਉਹ ਮਾੜੇ ਹੋਣ ਤੇ ਭਾਵੇਂ ਚੰਗੇ ਹੋਣ, ਉਹ ਹੋਣੇ ਜ਼ਰੂਰੀ ਨੇ, ਕਿਉਂਕਿ ਨਾਮ ਦੀ ਬਰਕਤ ਹਿਰਦੇ 'ਚ ਵਸ ਜਾਣੀ ਹੈ। ਪਰ ਪਹਿਲੋਂ ਸਥਿਰ ਰਹਿਣਾ, ਪਹਿਲੋਂ ਟਿਕਾਓ, ਫੇਰ ਹੀ ਗੱਲ ਬਣਦੀ ਹੈ। ਜਿੰਨਾ ਚਿਰ ਉਹ ਟਿਕਾਓ ਨਾ ਬਣੇ, ਉਹਨਾਂ ਚਿਰ ਉਹ ਮਨ ਆ ਜਿਹੜਾ, ਉਹਦੇ ਵਿੱਚ ਤਾਕਤ ਨਹੀਂ ਪੈਦਾ ਹੁੰਦੀ ਨਾਮ ਵਾਲੀ। ਪਹਿਲੋਂ ਤੁਸੀਂ ਜਦੋਂ ਚੌਕੜਾ ਮਾਰ ਕੇ ਬੈਠੋਗੇ, ਸਿਮਰਨ ਕਰੋਗੇ, ਤੇ ਫਿਰ ਜੋ ਸੋਚੋਗੇ ਮਨ ਦੇ ਵਿੱਚ, ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਸੋਚਣਾ ਕੁਝ ਨਹੀਂਗਾ, ਵਿਚਾਰ ਕੋਈ ਨਹੀਂ ਪੈਦਾ ਹੋਣ ਦੇਣੀ। ਕਿਉਂਕਿ ਨਾਮ ਜਪਦਿਆਂ ਜਿਹੜੀ ਵਿਚਾਰ ਪੈਦਾ ਹੋਈ, ਭਾਵੇਂ ਕਿਸੇ ਦੇ ਪ੍ਰਤੀ ਬੁਰੇ ਵਿਚਾਰ ਆਉਣੇ ਸ਼ੁਰੂ ਹੋ ਗਏ, ਤੇ ਉਹਦਾ ਬੁਰਾ ਹੋਣਾ ਸ਼ੁਰੂ ਹੋਈ ਜਾਣਾ ਆ, ਉਹਦਾ ਮਾੜਾ ਸ਼ੁਰੂ ਹੋਈ ਜਾਣਾ। ਇਸੇ ਕਰਕੇ ਕਹਿੰਦੇ ਸਾਧੂਆਂ ਸੰਤਾਂ ਦੇ ਨਾਲ ਨਹੀਂ ਅੜਨਾ ਚਾਹੀਦਾ, ਸਾਧੂਆਂ ਸੰਤਾਂ ਦੇ ਨਾਲ ਨਹੀਂ ਬੈਸਣਾ ਚਾਹੀਦਾ। ਜੇ ਕਿਤੇ ਉਹਨਾਂ ਨੇ ਮਨ ਹੀ ਮਨ, ਪਰ ਹੋਵੇ ਸਾਧੂ ਸੰਤ ਨਾਮ ਦੀ ਕਮਾਈ ਵਾਲਾ, ਬਿਰਤੀ ਜੋੜਨ ਵਾਲਾ, ਜੇ ਉਹਨੇ ਮਨ ਹੀ ਮਨ ਕਿਤੇ ਮਾੜਾ ਸੋਚ ਲਿਆ ਨਾ ਜਿਹਦੇ ਬਦਲੇ, ਤੇ ਉਹਦਾ ਮਾੜਾ ਹੋ ਜਾਣਾ। ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈਏ, ਜਿੱਥੇ ਮਰਜ਼ੀ ਨੱਕ ਗੋਡੇ ਰਗੜ ਲਈਏ, ਫਿਰ ਰਸਤਾ ਸਿੱਧਾ ਨਹੀਂ ਹੋਣਾ। ਭਾਵੇਂ ਜੋ ਮਰਜ਼ੀ ਕਰ ਲਈਏ, ਉਹੀ ਬਖਸ਼ ਸਕਦਾ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਮੇਰੀ ਬਾਂਦੀ ਭਗਤ ਛਡਾਵੇ। ਭਗਤੀ ਕਰਨ ਵਾਲਾ ਮੇਰੀ ਬੱਧੀ ਹੋਈ ਨੂੰ ਛਡਾ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਿਨ੍ਹਾਂ ਦੇ ਅੰਦਰ ਨਾਮ ਦੀ ਬਰਕਤ ਵਸ ਗਈ, ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ, ਜਿਨ੍ਹਾਂ ਦੀ ਝੋਲੀ ਦੇ ਵਿੱਚ ਨਾਮ ਦਾ ਕਣਕਾ ਪਾ ਦਿੱਤਾ, ਤੇ ਮਨ ਜਿਹੜਾ ਡਾਵਾਂ-ਡੋਲ ਭਜਣੋਂ ਹਟ ਗਿਆ, ਚੌਂਕੜਾ ਮਾਰਿਆ, ਸੁਰਤ ਜੁੜਨੀ ਸ਼ੁਰੂ ਹੋ ਗਈ, ਬਸ ਜੀ ਕਰੀ ਜਾ ਰਿਹਾ, ਅੰਦਰੋਂ ਅੰਦਰ ਆਨੰਦ ਆਈ ਜਾ ਰਿਹਾ, ਅੰਦਰੋਂ ਅੰਦਰ ਪ੍ਰੇਮ ਪੈਦਾ ਹੋਈ ਜਾ ਰਿਹਾ ਆ, ਵਿਰਾਗ ਜਿਹੜਾ ਆ ਬਾਰ-ਬਾਰ ਆਈ ਜਾ ਰਿਹਾ। ਜੀ ਕਰਦਾ ਵਾਹਿਗੁਰੂ ਕਿਹਾ ਦੂਜੀ ਵਾਰੀ ਫੇਰ ਕਵਾਂ, ਬਾਰ-ਬਾਰ ਜੀ ਕਰਦਾ ਆ ਕਿ ਵਾਹਿਗੁਰੂ ਕਹੀ ਜਾਵਾਂ, ਕਹੀ ਜਾਵਾਂ, ਕਹੀ ਜਾਵਾਂ।
ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨਾਂ ਦੇ ਕਾਰਜ ਪ੍ਰਮਾਤਮਾ ਆਪ ਸਵਾਰਦਾ, ਫਿਰ ਚਿੰਤਾ ਸਗਲ ਵਿਨਾਸੀ। ਉਹਨਾਂ ਦੀ ਚਿੰਤਾ ਆ ਜਿਹੜੀ ਪ੍ਰਮਾਤਮਾ ਆਪਣੇ ਆਪ ਕੱਟ ਦਿੰਦਾ ਆ, ਕਿਉਂਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਮਨ ਦੇ ਅੰਦਰ ਦੀ ਚਿੰਤਾ, ਬਾਹਰ ਦੀ ਚਿੰਤਾ ਤੇ ਵੇਖ ਵੇਖ ਕੇ ਕਈ ਵਾਰੀ ਦੁਨੀਆ ਦੇ ਪਦਾਰਥਾਂ ਦੀ ਚਿੰਤਾ ਹੁੰਦੀ ਆ ਨਾ, ਪਰ ਅੰਦਰ ਦੀ ਚਿੰਤਾ ਆ ਜਿਹੜੀ ਉਹ ਵੀ ਗੁਰੂ ਖਤਮ ਕਰ ਦਿੰਦਾ। ਉਹ ਵੀ ਜਿਹੜੀ ਕਿਸੇ ਨੂੰ ਅਸੀਂ ਦੱਸ ਨਹੀਂ ਸਕਦੇ, ਅੰਦਰੇ ਅੰਦਰੀ ਖਫਾ ਹੋਈ ਜਾ ਰਹੇ ਆ, ਅੰਦਰੇ ਅੰਦਰੀ ਖਪਦੇ ਜਾ ਰਹੇ ਆ, ਅੰਦਰੇ ਅੰਦਰੀ ਤੜਫਦੇ ਪਏ ਆ ਕਿ ਇਹ ਕਾਰਜ ਕਿਤੇ ਨਾ ਕਿਤੇ ਨੇਪਰੇ ਚੜ ਜਾਵੇ। ਸਤਿਗੁਰੂ ਕਹਿੰਦੇ ਤੂੰ ਚੌਂਕੜਾ ਮਾਰਨਾ ਸ਼ੁਰੂ ਕਰ ਦੇ, ਤੂੰ ਬੰਦਗੀ ਕਰਨੀ ਸ਼ੁਰੂ ਕਰ ਦੇ, ਫਿਰ ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ, ਫਿਰ ਉਹਨੇ ਆਪ ਤੇਰੇ ਕਾਰਜ ਨੇਪਰੇ ਚਾੜਨੇ ਨੇ। ਤੇ ਕੀ ਕਹਿੰਦੇ ਨੇ, ਆਓ ਇਹਨਾਂ ਨੂੰ ਆਪਾਂ ਧਾਰਨਾ ਦੇ ਰੂਪ ਦੇ ਵਿੱਚ ਪੜ੍ਹੀਏ, ਕਿਉਂਕਿ ਜਦੋਂ ਮਨ ਜੁੜਿਆ ਹੋਵੇ ਜੀਤ ਨਹੀਂ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਤੂੰ ਜੇ ਆਪਣੇ ਕਾਰਜ ਸੋਰਨੇ ਚਾਹੁੰਦਾ ਨਾ, ਤੂੰ ਉਹਦੀ ਬੰਦਗੀ ਕਰਨੀ ਸ਼ੁਰੂ ਕਰ, ਉਹਦਾ ਨਾਮ ਜਪਣਾ ਸ਼ੁਰੂ ਕਰ, ਤੈਨੂੰ ਸੋਚਣ ਦੀ ਲੋੜ ਨਹੀਂ ਪੈਣੀ। ਉਹ ਤੇਰੀ ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੇਰੀ ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ। ਸੋਚ ਕਰੇ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੇਰੀ ਸੋਚ ਕਰੇ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ। ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਕਿਉਂ ਸੋਚੈ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ। ਤੇਰੀ ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੇਰੀ ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ। ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ, ਤੇਰੀ ਸੋਚ ਕਰੂ ਕਰਤਾਰ, ਤੂੰ ਕਿਉਂ ਸੋਚੈ, ਤੂੰ ਕਿਉਂ ਸੋਚੈ। ਤੈਨੂੰ ਸੋਚਣ ਦੀ ਲੋੜ ਨਹੀਂ ਪੈਣੀ, ਸੋਚੂਗਾ ਤੇਰਾ ਰੱਬ। ਤੇ ਜਦੋਂ ਰੱਬ ਨੇ ਸੋਚਣਾ ਸ਼ੁਰੂ ਕਰ ਦਿੱਤਾ ਬੰਦਿਆ, ਫਿਰ ਤੇਰੇ ਕਾਰਜ ਰਾਸ ਹੀ ਹੋਣੇ ਨੇ, ਤੇਰੇ ਕਾਰਜ ਸਫਲੇ ਹੀ ਹੋਣੇ ਨੇ। ਸਤਿਗੁਰੂ ਜੀ ਕਹਿੰਦੇ ਨੇ ਤੂੰ ਬੰਦਗੀ ਦਾ ਧਿਆਨ ਧਰ, ਰੱਬ ਨੇ ਤੇਰਾ ਧਿਆਨ ਧਰਨਾ ਸ਼ੁਰੂ ਕਰ ਦੇਣਾ ਆ। ਤੂੰ ਪਰਮਾਤਮਾ ਦੀ ਬੰਦਗੀ ਦਾ ਧਿਆਨ ਧਰਨਾ ਸ਼ੁਰੂ ਕਰ, ਰੱਬ ਨੇ ਤੇਰੇ ਪਿੱਛੇ ਪਿੱਛੇ ਦੌੜੇ ਫਿਰਨਾ ਕਿ ਕਿਉਂ ਨਾ ਮੈਂ ਇਹਦੇ ਕਾਰਜ ਸਵਾਰਾਂ, ਕਿਉਂ ਨਾ ਮੈਂ ਇਹਦੇ ਕਾਰਜ ਸਫਲੇ ਕਰਾਂ। ਇਹਦਾ ਵੀ ਇੱਕ ਕਾਰਨ ਹੈ। ਕਾਰਨ ਕੀ ਹੈ? ਜਦੋਂ ਕੋਈ ਕਿਸੇ ਦਾ ਕਾਰਜ ਕਰਦਾ ਨਾ, ਕੋਈ ਕੰਮ ਦਿਲੋਂ ਖੁਸ਼ ਹੋ ਕੇ ਕੋਈ ਕਰਦਾ, ਤੇ ਜਿਹਦਾ ਕੰਮ ਕਰਦਾ ਆ ਉਹ ਜੀਵ ਵੀ ਖੁਸ਼ ਹੋ ਕਰਕੇ ਉਹਨੂੰ ਆਪਣੀ ਮਿਹਨਤ ਜਿਹੜੀ ਮਜ਼ਦੂਰੀ ਹੱਥ ਜੋੜ ਕੇ ਦਿੰਦਾ ਆ ਕਿ ਤੂੰ ਬੜੀ ਲਗਨ ਦੇ ਨਾਲ ਕਾਰਜ ਕੀਤਾ ਆ। ਤੇ ਜਿਹੜਾ ਬੰਦਗੀ ਕਰਦਾ, ਜਿਹੜਾ ਸਿਮਰਨ ਕਰਦਾ ਨਾ, ਤੇ ਵੇਖਿਓ ਤੁਸੀਂ, ਤੁਹਾਡਾ ਉਤਸ਼ਾਹ ਵਧਾਉਣ ਵਾਸਤੇ, ਤੁਹਾਡਾ ਪ੍ਰੇਮ ਵਧਾਉਣ ਵਾਸਤੇ ਪਰਮਾਤਮਾ ਨੇ ਜਿਹੜੀ ਤੁਹਾਡੀ ਲੋੜ ਆ ਨਾ, ਜਿਹੜੀ ਤੁਹਾਡੀ ਮਨੋਰਥ ਆ ਨਾ, ਉਹਨੂੰ ਪਰਮਾਤਮਾ ਨੇ ਐ ਸਹਿਜੇ, ਜਿਨ੍ਹਾਂ ਨੂੰ ਕਈਆਂ ਸਾਲਾਂ ਤੋਂ ਤੁਸੀਂ ਲਟਕਦਾ ਸਮਝਦੇ ਸੀ, ਕਈਆਂ ਸਾਲਾਂ ਤੋਂ ਜਿਨ੍ਹਾਂ ਨੂੰ ਤੁਸੀਂ ਰੋਂਦੇ ਫਿਰਦੇ ਸੀ ਕਿ ਆਹ ਮਿਲ ਜੇ, ਆਹ ਇੰਝ ਹੋ ਜਾਵੇ, ਉਹ ਪਰਮਾਤਮਾ ਨੇ ਸਹਿਜੇ ਹੀ ਐਂ ਹੀ ਕਰਕੇ ਇੱਕ ਪਲ ਦੇ ਵਿੱਚ ਹੀ ਉਹ ਤੁਹਾਨੂੰ ਦੇ ਦੇਣੀ ਹੈ। ਤੇ ਫਿਰ ਹੋਰ ਅੰਦਰੋਂ ਪ੍ਰੇਮ ਪੈਦਾ ਹੋਣਾ, ਫਿਰ ਹੋਰ ਅੰਦਰੋਂ ਉਤਸ਼ਾਹ ਪੈਦਾ ਹੋਣਾ। ਪਰ ਜੇ ਕਿਤੇ ਸਾਧੂਆਂ ਦੀ ਸੰਗਤ ਹੋਵੇ, ਜੇ ਕਿਤੇ ਮਹਾਂਪੁਰਸ਼ਾਂ ਦੀ ਸੰਗਤ ਹੋਵੇ, ਫਿਰ ਉਤਸ਼ਾਹ ਪੈਦਾ ਹੁੰਦਾ। ਨਹੀਂ ਤੇ ਸਾਡੇ ਵਰਗੇ ਕੀ ਹੁੰਦਾ ਆ, ਜੇ ਉਹ ਦਾਤ ਮਿਲ ਗਈ ਉੱਥੇ ਹੀ ਸੀਮਤ ਹੋ ਜਾਂਦੇ ਨੇ, ਉੱਥੇ ਹੀ ਖਤਮ ਹੋ ਜਾਂਦੇ ਨੇ। ਫਿਰ ਉਹ ਦਾਤ ਨੂੰ ਹੀ ਪਿਆਰ ਕਰਨ ਲੱਗ ਪੈਂਦੇ, ਰੱਬ ਨੂੰ ਭੁੱਲ ਹੀ ਜਾਂਦੇ ਨੇ। ਉਹ ਪਰਮਾਤਮਾ ਦੀ ਬੰਦਗੀ ਕਰਨੀ ਛੱਡ ਹੀ ਦਿੰਦੇ ਨੇ। ਬਸ ਹੁਣ ਕਾਰਜ ਰਾਸ ਹੋ ਗਿਆ, ਚੱਲੀਏ ਆਪਣਾ ਰਾਹ ਉਧਰ ਨੂੰ ਤੇ ਰੱਬ ਦਾ ਰਾਹ ਉਧਰ ਨੂੰ। ਪਰ ਸਾਧੂਆਂ ਦੀ ਸੰਗਤ ਕੀਤਿਆਂ ਇਹ ਪਤਾ ਲੱਗਦਾ ਕਿ ਨਹੀਂ, ਜੇ ਤੈਨੂੰ ਇਹ ਦਾਤ ਮਿਲੀ ਹੈ ਤੇ ਤੈਨੂੰ ਅੱਗੇ ਵੀ ਬੜੀ ਲੋੜ ਹੀ, ਅੱਗੇ ਵੀ ਤੈਨੂੰ ਬੜੀ ਲੋੜ ਹੀ, ਅੱਗੇ ਵੀ ਤੈਨੂੰ ਬੜੀ ਇਸ ਪਦਾਰਥਾਂ ਦੀ ਲੋੜ ਪੈਣੀ ਆ। ਰੱਬ ਦੇ ਚਰਨਾਂ ਦਾ ਖਹਿੜਾ ਨਾ ਛੱਡੀ। ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਦਾਤ ਪਿਆਰੀ ਲੱਗਣ ਲੱਗ ਪੈਂਦੀ ਆ ਨਾ,
ਤੇ ਫਿਰ ਰੱਬ ਭੁੱਲਦਾ ਹੀ ਭੁੱਲਦਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਦੋਂ ਦਾਤਾਂ ਪਿਆਰੀਆਂ ਸਾਨੂੰ ਲੱਗਣ ਲੱਗ ਪੈਂਦੀਆਂ ਨੇ, ਉਦੋਂ ਰੱਬ ਭੁੱਲ ਜਾਂਦਾ। ਪਰ ਜੇ ਸੰਤਾਂ ਦੀ ਸੰਗਤ ਹੋਵੇ, ਸਾਧੂਆਂ ਦੀ ਸੰਗਤ ਹੋਵੇ, ਉਹ ਇਸ ਮਨ ਨੂੰ ਗਿਆਨ ਦਾ ਕੁੰਡਾ ਖੜਕਾਉਂਦੇ ਰਹਿੰਦੇ ਨੇ, ਗਿਆਨ ਦੀਆਂ ਰਮਜਾਂ ਨਾਲ ਸਮਝਾ ਸਮਝਾ ਕੇ ਬੰਦਗੀ ਨਾਲ ਜੋੜੀ ਰੱਖਦੇ ਨੇ, ਬੰਦਗੀ ਦੇ ਵਿੱਚ ਜੋੜ ਕਰਕੇ ਇਸ ਜੀਵ ਦਾ ਭਲਾ ਕਰਦੇ ਰਹਿੰਦੇ ਨੇ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀਆਂ ਚਿੰਤਾਵਾਂ ਮਿਟ ਜਾਂਦੀਆਂ, ਜਿਹੜੇ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰਦੇ ਨੇ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੀ। ਉਹਨਾਂ ਤੇ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਉਹਨਾਂ ਨੂੰ ਆਪਣਾ ਕਰ ਲੈਂਦਾ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੀ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਵਸ ਜਾਂਦਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਬੰਦਗੀ ਵਸ ਜਾਂਦੀ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਉਹ ਆਪਣਾ ਬਣਾ ਲੈਂਦਾ। ਤੇ ਜਿਨ੍ਹਾਂ ਨੂੰ ਆਪਣਾ ਬਣਾ ਲਵੇ ਰੱਬ, ਜਿਨ੍ਹਾਂ ਨੂੰ ਆਪਣਾ ਬਣਾ ਲਵੇ, ਫਿਰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਉਹ ਆਪਣੇ ਦੀ ਪ੍ਰਤਪਾਲਣਾ ਕਰਦਾ, ਆਪਣੇ ਦੀ ਉਹ ਰਾਖੀ ਕਰਦਾ ਆ। ਸਤਿਗੁਰੂ ਜੀ ਕਹਿੰਦੇ ਦੂਜੇ ਵੱਲ ਤੇ ਉਹ ਵੇਂਦਾ ਬਣੀਗਾ, ਦੂਜੇ ਵੱਲ ਤੇ ਉਹ ਤੱਕਦਾ ਬਣੀਗਾ, ਉਹਨੂੰ ਉਹਦੇ ਕਰਮਾਂ ਤੇ ਛੱਡ ਦਿੰਦਾ ਆ। ਉਹ ਕਹਿੰਦੇ ਨੇ ਜਿਵੇਂ ਦੇ ਇਹ ਕਰਮ ਕਰਦਾ ਆ, ਜੈਸਾ ਬੀਜੇ ਸੋ ਲੁਣੈ, ਕਰਮਾ ਸੰਦੜਾ ਖੇਤ। ਉਹਨਾਂ ਨੂੰ ਫਿਰ ਕਹਿੰਦਾ ਇਹ ਕਰਦੇ ਜੋ ਕਰੀ ਜਾਣ, ਇਹਨਾਂ ਨੇ ਆਪਣਾ ਬੀਜਿਆ ਆਪੇ ਹੀ ਵੱਢਣਾ। ਪਰ ਜਿਨ੍ਹਾਂ ਨੂੰ ਉਹ ਆਪਣਾ ਬਣਾ ਲੈਂਦਾ, ਜਿਨ੍ਹਾਂ ਨੂੰ ਉਹ ਆਪਣੀ ਸ਼ਰਨ ਵਿੱਚ ਲੈ ਆਉਂਦਾ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਉਹ ਮਾੜੇ ਕਰਮਾਂ ਤੋਂ ਵਰਜਿਤ ਕਰਦਾ, ਐਸਾ ਸਬੱਬ ਬਣਾਉਂਦਾ, ਐਸਾ ਸਮਾਂ ਲੈ ਕੇ ਆਉਂਦਾ, ਨਾ ਉਹਨਾਂ ਨੂੰ ਮਾੜੇ ਰਸਤੇ ਤੇ ਤੁਰਨ ਦਿੰਦਾ ਆ। ਜਿਵੇਂ ਕਿ ਭਾਈ ਜੋਗਾ ਸਿੰਘ ਜੀ ਦੀ ਤੁਸੀਂ ਸਾਖੀ ਸਾਰਿਆਂ ਨੇ ਸੁਣੀ ਹੈ ਕਿ ਕਿਵੇਂ ਜਦੋਂ ਛੋਟੀ ਉਮਰ ਸੀ, ਬਾਲ ਅਵਸਥਾ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਸਨ ਤੇ ਕਹਿੰਦੇ ਸਨ ਕਿ ਮੈਂ ਤੁਹਾਡੇ ਜੋਗਾ, ਤੇ ਸਤਿਗੁਰੂ ਕਹਿੰਦੇ ਸਨ ਜੇ ਜੋਗਿਆ ਤੂੰ ਸਾਡੇ ਜੋਗਾ, ਅਸੀਂ ਤੇਰੇ ਜੋਗੇ। ਫਿਰ ਇਹ ਜਿਹੜੇ ਬਚਨ ਫਿਰ ਸਤਿਗੁਰੂ ਜੀ ਕਹਿੰਦੇ ਕਿ ਤੂੰ ਹੁਣ ਇਹ ਤੇਰੀ ਪਰਖ ਹੋਵੇਗੀ। ਫਿਰ ਗੁਰੂ ਪਰਖ ਵੀ ਕਰਦਾ ਆ। ਫਿਰ ਵੇਖੋ ਭਾਈ ਜੋਗਾ ਸਿੰਘ ਜੀ ਲਾਵਾਂ ਲੈ ਰਹੇ ਨੇ, 2 ਲਾਵਾਂ ਲਈਆਂ, ਚਿੱਠੀ ਮਿਲੀ ਜੋਗਿਆ ਜਿੱਥੇ ਵੀ ਹੈਗਾ ਆ ਸਾਰਾ ਕੁਝ ਛੱਡ ਛਡਾ ਕੇ ਸਾਡੇ ਕੋਲ ਆ ਜਾ। ਭਾਈ ਜੋਗਾ ਸਿੰਘ ਜੀ ਸਾਰਾ ਕੁਝ ਛੱਡ ਛਡਾ ਕਰਕੇ 2 ਲਾਵਾਂ ਰਹਿੰਦੀਆਂ ਨੇ। ਤੇ ਭਾਈ ਜੋਗਾ ਸਿੰਘ ਜੀ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਬੁਲਾਇਆ, ਚੱਲ ਜੋਗਿਆ ਇੱਥੇ ਨਹੀਂ ਤੇਰਾ ਹੁਣ ਖੜਨ ਦਾ ਫਰਜ਼, ਤੇਰੇ ਗੁਰੂ ਦਾ ਹੁਕਮ ਮੰਨਣਾ, ਭਾਵੇਂ ਕੁਝ ਵੀ ਹੁੰਦਾ ਹੋਵੇ। ਤੇ ਸਾਡੇ ਵਰਗੇ ਹੁੰਦੇ ਤੇ ਕਹਿਣਾ ਸੀਗਾ ਇਹ ਕੈਸਾ ਗੁਰੂ, ਕੋਈ ਗੱਲ ਨਹੀਂ ਆ, ਜੋ ਹੁੰਦਾ ਹੋ ਜਾਊਗਾ, ਬਾਅਦ 'ਚ ਗੁਰੂ ਨੂੰ ਵੀ ਮਿਲ ਲਵਾਂਗੇ, ਪਹਿਲੋਂ ਆਪਣੇ ਜਿਹੜੇ ਕਾਰਜ ਨੇ ਉਹ ਕੰਮ ਜਿਹੜੇ ਨੇ ਉਹ ਕਰੀਏ। ਪਰ ਭਾਈ ਜੋਗਾ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਕਿ ਮੈਂ ਤੇਰੇ ਜੋਗਾ ਛੱਡ ਕੇ ਵਿੱਚੇ ਚਲਾ ਗਿਆ, ਫਿਰ ਉਹਨਾਂ ਦੇ ਜਿਹੜੇ ਪੱਲੇ ਦੇ ਨਾਲ ਸੀ ਜਿਹੜਾ ਹਜੂਰੀਆ ਸੀ, ਉਹਦੇ ਨਾਲ 2 ਲਾਵਾਂ ਜਿਹੜੀਆਂ ਪੂਰੀਆਂ ਕੀਤੀਆਂ। ਫਿਰ ਜਿਉਂ ਹੀ ਚੱਲਿਆ ਤੇ ਚੜਦਿਆਂ ਰਸਤੇ ਦੇ ਵਿੱਚ ਜਿਹੜਾ ਸੀਗਾ ਵੇਸਵਾ ਦਾ ਅਖਾੜਾ ਲੱਗਾ ਹੋਇਆ ਸੀ, ਉੱਥੇ ਫਿਰ ਜਦੋਂ ਜਾਣਾ ਕੀਤਾ ਭਾਈ ਜੋਗਾ ਸਿੰਘ ਨੇ ਤੇ ਵੇਖਿਆ ਕੋਈ ਨਾ ਗੁਰੂ ਕਿਹੜਾ ਵੇਖਦਾ ਆ। ਕਈ ਵਾਰੀ ਮਨ ਦੇ ਵਿੱਚ ਖਿਆਲ ਆ ਜਾਂਦੇ ਨੇ ਕਿ ਰੱਬ ਦੇ ਪਿਆਰਿਆਂ ਨੂੰ ਕਿਹੜਾ ਪਤਾ, ਰੱਬ ਨੂੰ ਕਿਹੜਾ ਪਤਾ, ਨਹੀਂ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅਸੀਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਖੜਦੇ ਆ, ਉਦੋਂ ਕਹਿੰਦੇ ਆ ਕਿ ਰੱਬ ਸਾਨੂੰ ਸੁਣ ਰਿਹਾ ਆ, ਰੱਬ ਸਾਨੂੰ ਵੇਖ ਰਿਹਾ। ਪਰ ਜਦੋਂ ਅਸੀਂ ਕੋਈ ਚੋਰੀ ਠੱਗੀ ਯਾਰੀ ਕਰਦੇ ਆ, ਉਦੋਂ ਕਿਤੇ ਰੱਬ ਲਾਂਭੇ ਆ? ਨਹੀਂ। ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਤਹੁ ਨਾ ਜਾਈ। ਰੱਬ ਕਿਤੇ ਦੂਰ ਨਹੀਂ, ਰੱਬ ਨੇੜੇ ਹੀ ਹੈ, ਰੱਬ ਤੇਰੇ ਆਰ 4 ਚੁਫੇਰੇ ਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਜੇ ਤੇਰੀ ਦੁੱਖ ਦੇ ਵੇਲੇ ਸਹਾਇਤਾ ਕਰਦਾ ਆ ਤੇ ਸੁੱਖ ਵੇਲੇ ਵੀ ਰੱਬ ਤੇਰੇ ਨਾਲ ਹੀ ਰਹਿੰਦਾ। ਭਾਈ ਜੋਗਾ ਸਿੰਘ ਜੀ ਜਿਉਂ ਹੀ ਅਖਾੜੇ ਵੱਲ ਨੂੰ ਜਾਂਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਸੋਟਾ ਫੜ ਕੇ ਖੜੇ ਨੇ। ਕਹਿੰਦੇ ਓਏ ਕਿੱਧਰ ਚੱਲਿਆ, ਮੈਨੂੰ ਤੂੰ ਵੇਖਣ ਨੂੰ ਗੁਰੂ ਦਾ ਸਿੰਘ ਲੱਗਦਾ ਆ, ਤੂੰ ਕਿਹੜੇ ਪਾਸੇ ਨੂੰ ਚੱਲਿਆ ਆ, ਗੋਡਿਆਂ ਤੱਕ ਤੇਰੇ ਕਛਹਿਰਾ ਆ, ਕੰਮ ਕਿਹੜੇ ਤੂੰ ਕਰਦਾ ਫਿਰਦਾ। ਜਿਉਂ ਹੀ ਇਹ ਆਵਾਜ਼ ਦਿੱਤੀ
ਤੇ ਮੁੜ ਗਿਆ ਪਿੱਛੇ ਨਿੰਮੋ ਝੋਣਾ ਹੋ ਕਰਕੇ ਭਾਈ ਜੋਗਾ ਸਿੰਘ। ਇੰਨੇ ਚਿਰ ਨੂੰ ਸਤਿਗੁਰੂ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ। ਭਾਈ ਜੋਗਾ ਸਿੰਘ ਵੀ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਤੇ ਫਿਰ ਜਾ ਕੇ ਕਹਿ ਦਿੱਤਾ ਸੀਗਾ ਕਿ ਭਾਈ ਜੋਗਿਆ, ਕਿਸ ਪਾਸੇ ਨੂੰ ਤੂੰ ਗਿਆ ਸੀਗਾ, ਕਿਹੜਾ ਤੇਰਾ ਰਸਤਾ ਸੀਗਾ, ਉੱਥੇ ਤੂੰ ਕਿਉਂ ਗਿਆ ਸੀਗਾ। ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਤੇ ਸੀਸ ਝੁਕਾਇਆ, ਵਾਰ-ਵਾਰ ਮਾਫੀਆਂ ਮੰਗਦਾ, ਸਤਿਗੁਰੂ ਮੈਨੂੰ ਮਾਫ ਕਰ ਦਿਓ, ਕਿਉਂਕਿ ਹਉਮੈ ਦੇ ਕਾਰਨ ਮੈਨੂੰ ਹਉਮੈ ਆ ਰਹੀ ਸੀ ਕਿ ਮੇਰੇ ਵਰਗਾ ਕੋਈ ਸਿੱਖ ਹੈਗਾ ਆ, ਮੇਰੇ ਵਰਗਾ ਕੋਈ ਗੁਰੂ ਦਾ ਸਿੰਘ ਹੋਵੇਗਾ ਜਿਨੇ ਆਪਣੀਆਂ ਲਾਵਾਂ ਹੀ ਛੱਡ ਕੇ ਗੁਰੂ ਵਾਲੇ ਪਾਸੇ ਨੂੰ ਭੱਜ ਗਿਆ। ਕਹਿੰਦੇ ਉਸੇ ਵੇਲੇ ਵਕਾਰ ਪੈਦਾ ਹੋ ਗਏ ਸੀ, ਇਸ ਕਰਕੇ ਕਾਮ ਵਾਸ਼ਨਾ ਖਿੱਚ ਕੇ ਉਸ ਪਾਸੇ ਨੂੰ ਲੈ ਗਈ। ਕਹਿੰਦੇ ਜੋਗਿਆ, ਜੇ ਤੂੰ ਮੇਰੇ ਕਰਕੇ ਲਾਵਾਂ ਛੱਡੀਆਂ, ਜੇ ਤੇਰੇ ਵਰਗਾ ਤੈਨੂੰ ਇਹ ਮਾਣ ਹੈ ਕਿ ਸਿੰਘ ਨਹੀਂ ਕੋਈ ਹੈਗਾ ਲਾਵਾਂ ਛੱਡਣ ਵਾਲਾ, ਤੇ ਅਜੇ ਤੱਕ ਮੈਂ ਤੇਰੇ ਕਿਸੇ ਕਰਕੇ ਕੋਈ ਪਹਿਰਾ ਵੀ ਨਹੀਂ ਦਿੱਤਾ। ਮੈਂ ਤੇਰੇ ਕਰਕੇ ਸੋਟਾ ਫੜ ਕੇ ਵੇਸਵਾ ਦੇ ਦਰਵਾਜ਼ੇ ਤੇ ਪਹਿਰੇਦਾਰ ਬਣ ਕੇ ਖੜਾ ਹੋਇਆ। ਇਹ ਸਿਰਫ ਤੇਰੇ ਬਚਨ ਮੰਨਣ ਕਰਕੇ, ਤੇਰੇ ਹੁਕਮ ਮੰਨਣ ਕਰਕੇ ਇਹ ਸਾਰਾ ਕੁਝ ਮੈਂ ਕੀਤਾ, ਨਹੀਂ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਗੀ। ਅਸੀਂ ਤੇ ਪ੍ਰੇਮ ਤੇ ਭਗਤੀ ਕਰਨ ਵਾਲੇ ਨੂੰ ਪ੍ਰੇਮ ਕਰਦੇ ਆ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਇਸੇ ਤਰ੍ਹਾਂ ਸਮਝਾਉਂਦੇ ਨੇ ਕਿ ਬੰਦਿਆ, ਤੂੰ ਪਰਮਾਤਮਾ ਦੀ ਬੰਦਗੀ ਕਰ, ਨਾਮ ਜਪ ਸਿਮਰਨ ਕਰ, ਉਹਨੇ ਤੈਨੂੰ ਆਪਣੇ ਆਪ ਹੀ ਰਸਤਾ ਦਿਖਾਉਂਦੇ ਜਾਣਾ ਆ, ਉਹਨੇ ਆਪਣੇ ਆਪ ਹੀ ਤੈਨੂੰ ਆਪਣੇ ਨਾਲ ਜੋੜੀ ਜਾਣਾ ਆ। ਪਰ ਤੂੰ ਇੱਕ ਵਾਰੀ ਕਿਤੇ ਉਹਦੇ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਕਰ। ਇੱਕ ਵਾਰੀ ਇਹ ਮਨ ਵਿੱਚ ਪ੍ਰੇਮ ਪੈਦਾ ਕਰਕੇ ਜਾ ਕਿ ਮੈਂ ਸੰਗਤ ਵਿੱਚ ਬੈਠਣਾ ਹੀ ਬੈਠਣਾ, ਜੋ ਮਰਜ਼ੀ ਹੋ ਜਾਵੇ। ਮੈਂ ਸੰਗਤ ਦੀ ਬਰਕਤ ਆਪਣੇ ਹਿਰਦੇ ਵਿੱਚ ਵਸਾਉਣੀ ਹੈ। ਇੱਕ ਗੱਲ ਦੀ ਜਿਹੜੀ ਗੱਲ ਯਾਦ ਰੱਖਿਓ, ਨਿਸ਼ਾਨੀ ਕੀ ਹੈ? ਕਿਰਪਾ, ਰੱਬ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਵੀ ਜਦੋਂ ਵੀ ਤੁਸੀਂ ਬੈਠਦੇ ਹੋ, ਜੀ ਨਹੀਂ ਕਰਦਾ ਸੰਗਤ ਵਿੱਚੋਂ ਉੱਠਣ ਨੂੰ। ਰੱਬ ਦੀ ਜਿਨ੍ਹਾਂ ਤੇ ਨਜ਼ਰ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਨਜ਼ਰ ਕਿੰਨਾ ਤੇ ਹੈ? ਇਹਦੀ ਨਿਸ਼ਾਨੀ ਇਹ ਜੇ ਵੀ ਸੰਗਤ ਚੋਂ ਉੱਠਣ ਨੂੰ ਦਿਲ ਨਹੀਂ ਕਰਦਾ, ਮਨ ਖੁਸ਼ ਹੋ ਕਰਕੇ ਜੀ ਕਰਦਾ ਸੰਗਤ ਦੀਆਂ, ਰੱਬ ਦੀਆਂ ਬਾਤਾਂ ਸੁਣੀਏ, ਰੱਬ ਦੀ ਬੰਦਗੀ ਕਰੀਏ, ਜਪਜੀ ਸਾਹਿਬ ਦਾ ਪਾਠ ਕਰੀਏ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ। ਦਿਲ ਕਰਦਾ ਆ ਕਿ ਇਹ ਵੇਲਾ ਆ ਗਿਆ, ਬਸ ਹੁਣ ਨਹੀਂ ਜੀ ਕਰਦਾ ਕਿ ਦੁਨੀਆ ਦੇ ਕਾਰਜ ਕਰੀਏ। ਇਹ ਵੇਲਾ ਮੇਰੇ ਰੱਬ ਦਾ ਆ, ਇਹ ਵੇਲਾ ਮੇਰੇ ਪਰਮਾਤਮਾ ਦਾ। ਉਹ ਕਹਿੰਦਾ ਚੱਲ ਅੱਗੇ ਉੱਠ, ਨਾਮ ਜਪ, ਨਿਸਬਾਸੁਰ ਆਰਾਧ, ਕਾਰਾ ਤੁਝੇ ਨਾ ਵਿਆਪਾਈ, ਨਾਨਕ ਮਿਟੇ ਉਪਾਤ। ਫਿਰ ਨਹੀਂ ਕਹਿੰਦੇ ਤੈਨੂੰ ਕਲ ਕਲੇਸ਼ ਤੇਰੇ ਘਰ ਦੇ ਵਿੱਚ ਆਉਣਗੇ, ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਸਿਮਰਨ ਕਰ, ਬੰਦਗੀ ਕਰ, ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਪਰਮਾਤਮਾ ਆਪਣਾ ਕਰ ਲੈਂਦਾ ਆ, ਉਹਨਾਂ ਨੂੰ ਆਪਣਾ ਬਣਾ ਲੈਂਦਾ। ਤਾਂ ਕੋ ਵਿਗੜ ਨਾ ਕੋ ਲਾਗੈ, ਜੋ ਸਤਿਗੁਰ ਆਪੁਨੈ ਰਾਖੇ। ਉਹਨਾਂ ਨੂੰ ਕੋਈ ਵਿਗੜ ਨਹੀਂ ਜੇ ਉਹਨਾਂ ਦੇ ਕਾਰਜਾਂ 'ਚ ਪੈਂਦਾ, ਉਹਨਾਂ ਦੇ ਕੰਮਾਂ ਦੇ ਵਿੱਚ ਕਿਸੇ ਗੱਲ ਦੀ ਰੁਕਾਵਟ ਨਹੀਂ ਬਣਦੀ। ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ, ਸਤਿਗੁਰ ਆਪੁਨੈ ਰਾਖੇ, ਜਿਨ੍ਹਾਂ ਨੂੰ ਰੱਬ ਆਪਣੇ ਲਾਗੇ ਰੱਖਦਾ ਆ। ਪਰ ਰੱਬ ਉਹਨਾਂ ਨੂੰ ਲਾਗੇ ਰੱਖਦਾ ਜਿਹੜੇ ਸੰਗਤ ਵਿੱਚ ਆਣ ਕੇ ਬੈਠਦੇ ਨੇ, ਜਿਹੜੇ ਗੁਰੂ ਦੇ ਕੋਲ ਆਣ ਕੇ ਬੈਠਦੇ ਨੇ। ਤੇ ਸਤਿਗੁਰੂ ਜੀ ਕੀ ਕਹਿੰਦੇ ਨੇ? ਜਿਹੜਾ ਗੁਰੂ ਨਾਲ ਪਿਆਰ ਕਰਦਾ ਨਾ, ਤੇ ਗੁਰੂ ਉਹਨੂੰ ਆਪ ਲੈਣ ਆਉਂਦਾ ਆ, ਉਹਨੂੰ ਆਪ ਅੱਗਲ ਵਾਂਢੀ ਲੈਣ ਆਉਂਦਾ ਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹਨਾਂ ਨੂੰ ਅੱਗੋਂ ਲੈਣ ਵਾਸਤੇ ਆਉਂਦਾ ਆ। ਇਹਨੂੰ ਵੀ ਆਪਾਂ ਧਾਰਨਾ ਦੇ ਰੂਪ ਦੇ ਵਿੱਚ ਪੜ੍ਹੀਏ ਕਿ ਸਤਿਗੁਰੂ ਜੀ ਕਿਵੇਂ ਪਿਆਰ ਕਰਨ ਵਾਲਿਆਂ ਨੂੰ ਆਪਣੇ ਕੋਲ ਲੈਣ ਵਾਸਤੇ ਆਉਂਦੇ ਨੇ। ਸਤਿਗੁਰੂ ਜੀ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ, ਮਿਹਰ ਦੀਆਂ ਨਜ਼ਰਾਂ ਕਰਦੇ ਨੇ। ਜਿਨ੍ਹਾਂ ਦਾ ਧਿਆਨ ਜੁੜਦਾ ਉਹਨਾਂ ਨੂੰ ਹੋਰ ਉੱਚੀ ਉਡਾਰੀ ਮਰਵਾਉਂਦੇ ਨੇ, ਉਹਨਾਂ ਦੇ ਅੰਦਰੋਂ ਵਿਚਾਰ ਖਤਮ ਕਰਦੇ ਨੇ। ਕਿਉਂਕਿ ਵਿਚਾਰ ਮਾਰੇ ਤਰੈ ਤਾਰੇ, ਉਲਟ ਜੋੜ ਨਾ ਆਵੇ। ਅਸੀਂ ਗੁਟਕਾ ਸਾਹਿਬ ਮਗਰੋਂ ਹੱਥ ਵਿੱਚ ਫੜਦੇ ਆ,
ਵਿਚਾਰ ਪਹਿਲੋਂ ਪੈਦਾ ਹੋਣੇ ਸ਼ੁਰੂ ਹੋ ਜਾਂਦੇ, ਆ ਵੀ ਕੰਮ ਕਰਨਾ, ਆ ਵੀ ਕਰਨਾ, ਇੱਥੇ ਵੀ ਜਾਣਾ, ਇਹਨੂੰ ਵੀ ਮਿਲਣਾ, ਇਹਦੇ ਕੋਲ ਵੀ ਮਾਇਆ ਲੈਣੀ ਆ, ਇਹਨੂੰ ਵੀ ਦੇਣੀ ਆ। ਇਹ ਚੀਜ਼ਾਂ ਗੁਟਕਾ ਸਾਹਿਬ, ਪੋਥੀ ਸਾਹਿਬ ਮਗਰੋਂ ਫੜੀ ਦੀ ਹੈ। ਵਿਚਾਰ ਪਹਿਲੋਂ ਹੀ ਜ਼ਿਆਦਾ ਉਤਪੰਨ ਹੁੰਦੇ ਸ਼ੁਰੂ ਹੋ ਜਾਂਦੇ ਨੇ। ਫਿਰ ਜਪਜੀ ਸਾਹਿਬ ਦਾ ਉਦੋਂ ਹੀ ਪਤਾ ਲੱਗਦਾ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਦੋਂ ਹੀ ਪਤਾ ਲੱਗਦਾ, ਕਹਿੰਦੇ ਮੈਨੂੰ ਐਸੇ ਪਾਠ ਦੀ ਜ਼ਰੂਰਤ ਨਹੀਂ ਹੈ। ਪਹਿਲੋਂ ਧਿਆਨ ਧਰ ਕੇ ਹੌਲੀ ਹੌਲੀ ਚੌਕੜਾ ਮਾਰ ਕੇ ਸਿਮਰਨ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਫਿਰ ਰੱਬ ਤੈਨੂੰ ਆਪ ਅਗਲ ਵਾਂਢੀ ਲੈਣ ਆਉਣਗੇ, ਤੇਰੀ ਉਂਗਲ ਫੜ ਕੇ ਤੈਨੂੰ ਉਹ ਪ੍ਰਮਾਤਮਾ ਦੇ ਦਰ ਤੇ ਲੈ ਕੇ ਜਾਣਗੇ। ਸੋ ਆਓ ਬੜੇ ਸਤਿਕਾਰ ਦੇ ਨਾਲ ਪੜ੍ਹਨਾ ਕਰੀਏ ਵੀ ਕਿਵੇਂ ਸਤਿਗੁਰੂ ਸਾਨੂੰ ਆਪਣੇ ਕੋਲ ਲੈ ਕੇ ਜਾਂਦੇ, ਕਿਹਨਾਂ ਨੂੰ ਆਪਣੇ ਕੋਲ ਉਂਗਲ ਫੜ ਕੇ ਲੈ ਕੇ ਜਾਂਦੇ ਨੇ। ਉਹ ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਿੱਖਾ ਤੇਰਾ ਪਿਆਰ ਵੇਖ ਕੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖਾ ਤੇਰਾ ਪਿਆਰ ਵੇਖ ਕੇ। ਸਿੱਖਾ ਤੇਰਾ ਪਿਆਰ ਵੇਖ ਕੇ। ਉਹਨਾਂ ਨੂੰ ਰੱਬ ਆਪ ਜੋੜਦਾ ਸੇਵਾ ਨਾਲ, ਉਹਨਾਂ ਨੂੰ ਰੱਬ ਆਪ ਜੋੜਦਾ ਬੰਦਗੀ ਦੇ ਨਾਲ, ਭਜਨ ਦੇ ਨਾਲ। ਜਿਹੜਾ ਪ੍ਰੇਮ ਕਰਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਨੇ ਜਿਹੜੇ ਪ੍ਰੇਮ ਦੇ ਵਿੱਚ ਰਹਿੰਦੇ ਨੇ। ਤੇ ਪ੍ਰੇਮ ਪੈਦਾ ਹੁੰਦਾ ਆ ਚੌਂਕੜਾ ਮਾਰ ਕੇ ਬੰਦਗੀ ਕੀਤੀ ਆ, ਪ੍ਰੇਮ ਪੈਦਾ ਹੁੰਦਾ ਆ ਪਰਮਾਤਮਾ ਦੀਆਂ ਬਾਤਾਂ ਸੁਣਿਆ, ਪ੍ਰੇਮ ਪੈਦਾ ਹੁੰਦਾ ਆ ਸਤ ਸੰਗਤ ਵਿੱਚ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ। ਵਰਨਾ ਪ੍ਰੇਮ ਨਹੀਂ ਪੈਦਾ ਹੋ ਸਕਦਾ। ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਬਸ ਉਹਨਾਂ ਦੇ ਨੇਤਰ ਬੰਦ ਹੋ ਜਾਂਦੇ ਨੇ, ਰਸਨਾ ਬੋਲਣਾ ਬੰਦ ਕਰ ਦਿੰਦੀ ਹੈ, ਕੰਨ ਸੁਣਨਾ ਬੰਦ ਕਰ ਦਿੰਦੇ ਨੇ। ਉਹ ਰੱਬ ਦੀਆਂ ਸਿਫਤਾਂ ਹੀ, ਇਹ ਰਸਨਾ ਜਿਹੜੀ ਹੈ ਰੱਬ ਦੀ ਸਿਫਤ ਕਰਨ ਦੇ ਵਿੱਚ ਮਸਤ ਰਹਿੰਦੀ ਹੈ। ਕੰਨ ਨੇ ਜਿਹੜੇ ਉਹ ਬਾਣੀ ਸੁਣਨ ਦੇ ਵਿੱਚ ਮਸਤ ਹੋ ਜਾਂਦੇ ਨੇ। ਇਹ ਨੇਤਰ ਨੇ ਜਿਹੜੇ ਅੰਦਰ ਦੇ ਜਿਹੜੇ ਵਿਚਾਰ ਨੇ, ਅੰਦਰ ਦੀ ਜਿਹੜੀ ਗੰਦਗੀ ਹੈ ਉਹਨੂੰ ਵੇਖਣ ਦੇ ਵਿੱਚ ਮਸਤ ਹੋ ਜਾਂਦੇ ਨੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਇਹ ਬਾਹਰ ਦੇ ਜਿਹੜੇ ਨੇਤਰ ਨੇ, ਇਹ ਬਾਹਰ ਦੀ ਜਿਹੜੀ ਦੁਨੀਆ ਨੇ, ਇਹਨੂੰ ਵੇਖ ਵੇਖ ਕੇ ਇਹ ਅੱਖੀਆਂ ਕਦੀ ਰੱਜ ਨਹੀਂ ਸਕਦੀਆਂ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਤਮਾਸ਼ੇ ਵੇਖ ਵੇਖ ਕੇ ਨਹੀਂ ਰੱਜਦੀਆਂ, ਕਦੀ ਕੁਝ ਵੇਖ ਲਿਆ, ਕਦੀ ਕੁਝ ਵੇਖ ਲਿਆ, ਪਰ ਇਹ ਨਹੀਂ ਕਹਿੰਦੀਆਂ ਵੀ ਕਿਤੇ ਅਸੀਂ ਬੰਦ ਹੋ ਕਰਕੇ ਆਪਣੇ ਅੰਦਰ ਨੂੰ ਪੜ੍ਹ ਲਈਏ, ਆਪਣੀ ਗੰਦਗੀ ਨੂੰ ਪੜ੍ਹ ਲਈਏ, ਆਪਣੇ
ਵਕਾਰਾਂ ਨੂੰ ਪੜ੍ਹ ਲਈਏ, ਆਪਣੇ ਅਵਗੁਣਾਂ ਨੂੰ ਤੱਕ ਲਈਏ, ਕਿਉਂਕਿ ਬੰਦਿਆ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਇਹ ਜਿਹੜੀ ਬਿਰਤੀ ਹੈ, ਜਿਹੜੀ ਉਹਨਾਂ ਨੂੰ ਪਤਾ ਲੱਗਦਾ ਆ, ਜਿਹੜੇ ਅੰਦਰੋਂ ਜੁੜ ਜਾਂਦੇ ਨੇ, ਜਿਹੜੇ ਨੇਤਰ ਬੰਦ ਕਰਦੇ ਨੇ ਕਿ ਇਹ ਜਿਹੜੇ ਸਾਡੇ ਅੰਦਰ ਇੰਨੇ ਅਵਗੁਣਾਂ ਨਾਲ ਮੈਂ ਭਰਿਆ। ਜਿਹਨੂੰ ਪਤਾ ਲੱਗ ਜਾਂਦਾ ਨਾ, ਟੈਸਟ ਜਿਹੜੇ ਕਰਵਾ ਲੈਂਦੇ ਨੇ, ਤੇ ਉਹ ਖੂਨ ਦੇ ਟੈਸਟ ਦੇ ਵਿੱਚ ਜਦੋਂ ਆਉਂਦਾ ਕਿ ਆ ਵੀ ਰੋਗ ਤੈਨੂੰ ਲੱਗਾ, ਆ ਵੀ ਰੋਗ ਤੈਨੂੰ ਲੱਗਾ, ਆ ਵੀ ਰੋਗ ਤੈਨੂੰ ਲੱਗਾ, ਤੇ ਜਦੋਂ ਪਤਾ ਲੱਗ ਜਾਂਦਾ ਫਿਰ ਉਹਦੀ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਨੇ। ਫਿਰ ਜਿਉਂ-ਜਿਉਂ ਦਵਾਈਆਂ ਖਾਂਦੇ ਤਿਉਂ-ਤਿਉਂ ਹੀ ਉਹਨਾਂ ਦੇ ਰੋਗ ਖਤਮ ਹੁੰਦੇ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਜਿਉਂ-ਜਿਉਂ ਤੂੰ ਨੇਤਰ ਬੰਦ ਕਰਦਾ ਜਾਵੇਗਾ, ਬੰਦਗੀ ਕਰਕੇ ਸਿਮਰਨ ਕਰਦਾ ਜਾਵੇਗਾ, ਤੇਰੇ ਅਵਗੁਣ ਨੇ ਜਿਹੜੇ ਉਹ ਖਤਮ ਹੁੰਦੇ ਜਾਣਗੇ। ਤੇਰੇ ਅੰਦਰ ਪ੍ਰੇਮ ਹੈ ਜਿਹੜਾ ਉਹ ਵੱਧਦਾ ਜਾਵੇਗਾ, ਅਵਗੁਣ ਘਟਦੇ ਜਾਣਗੇ, ਪ੍ਰੇਮ ਵੱਧਦਾ ਜਾਵੇਗਾ। ਪਰ ਦੁਨੀਆ ਦੇ ਇਹ ਰੰਗ ਤਮਾਸ਼ੇ ਵੇਖ ਵੇਖ ਕੇ ਅੱਖਾਂ ਦੇ ਨਾਲ ਅਵਗੁਣ ਅੰਦਰ ਜ਼ਿਆਦੇ ਪੈਦਾ ਹੋ ਗਏ। ਰੱਬ ਦੇ ਨਾਲੋਂ ਪ੍ਰੇਮ ਘਟਦਾ ਗਿਆ, ਸੰਗਤ ਨਾਲੋਂ ਪ੍ਰੇਮ ਘਟਦਾ ਗਿਆ। ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆਪਣੇ ਜੀਵਨ ਦੇ ਰਾਹ ਨੂੰ ਇਹ ਤਿਆਗਦਾ ਗਿਆ। ਜਿਉਂ-ਜਿਉਂ ਪਰਮਾਤਮਾ ਦੇ ਨਾਮ ਦਾ ਇਹਨੇ ਰਸਤਾ ਛੱਡਿਆ, ਤਿਉਂ-ਤਿਉਂ ਇਹਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਪਹਾੜ ਖੜੇ ਹੁੰਦੇ ਗਏ, ਤਿਉਂ-ਤਿਉਂ ਇਹਦੀ ਜ਼ਿੰਦਗੀ ਦੇ ਵਿੱਚ ਕਮੀਆਂ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਗਈਆਂ। ਕਿਉਂਕਿ ਰੱਬ ਨੇ ਕਿਹਾ ਸੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜੇ ਤੂੰ ਨੇਤੀ ਪਰਮਾਤਮਾ ਦੀ ਬੰਦਗੀ ਕਰੇਗਾ, ਨੇਤੀ ਗੁਰੂ ਦੀ ਸੰਗਤ ਵਿੱਚ ਬੈਠੇਗਾ, ਤੇ ਸਤਿਗੁਰੂ ਜੀ ਕਹਿੰਦੇ ਫਿਰ ਹੌਲੀ ਹੌਲੀ ਇੱਕ ਦਿਨ ਆ ਜਾਵੇਗਾ, ਫਿਰ ਤੈਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੋ ਤੇਰੀ ਜ਼ਿੰਦਗੀ ਦੇ ਵਿੱਚ ਮਨੋਰਥ ਹੋਣਗੇ ਉਹ ਗੁਰੂ ਆਪ ਅੱਗੇ ਆਣ ਕੇ ਤੇਰੇ ਕਾਰਜ ਸਫਲੇ ਕਰੇਗਾ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਆਪ ਰੱਖਿਆ ਕਰਦਾ, ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਨਹੀਂ ਪੈਂਦੀ। ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਜੋੜ ਕੇ ਰੱਖਦਾ, ਚਰਨ ਕਮਲ ਬਸੇ ਰਿੱਧ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਉਹਨਾਂ ਦੇ ਅੰਦਰ ਅੰਮ੍ਰਿਤ ਰੂਪੀ ਰਸ ਪੈਦਾ ਹੋ ਜਾਂਦਾ। ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਵਾਸਾ ਹੋ ਜਾਂਦਾ। ਚਰਨ ਕਮਲ ਬਸੇ ਰਿੱਧ ਅੰਤਰ, ਇਹ ਨਾਮ ਜਿਹੜਾ, ਇਹ ਪਰਮਾਤਮਾ ਦਾ ਜਿਹੜਾ ਸਾਥ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਰਸ ਪੈਦਾ ਹੁੰਦਾ ਆ। ਜਿਹੜੇ ਜਪਦੇ ਜਪਦੇ ਇੱਕ ਦਿਨ ਉਸ ਅਵਸਥਾ 'ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਸਵਾਦ ਆਉਂਦਾ। ਇੱਕ ਵਾਰੀ ਵਾਹਿਗੁਰੂ ਕਿਹਾ, ਦੂਜੀ ਵਾਰੀ ਫਿਰ ਕਹਿਣ ਨੂੰ ਜੀ ਕਰਦਾ। ਇੱਕ ਵਾਰੀ ਸੇਵਾ ਕੀਤੀ, ਦੂਜੀ ਵਾਰੀ ਫਿਰ ਸੇਵਾ ਕਰਨ ਨੂੰ ਦਿਲ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਦੇ ਆ ਨੇੜੇ ਹੋ ਜਾਂਦੇ ਨੇ। ਤੇ ਜਿਹੜੇ ਨੇੜੇ ਹੋ ਗਏ ਪਰਮਾਤਮਾ ਦੇ, ਉਹਨਾਂ ਦੇ ਲਾਗੇ ਜਮ ਨਹੀਂ ਜੇ ਆਉਣੇ। ਨਾਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇੜੇ, ਉਹਨਾਂ ਦੇ ਲਾਗੇ ਜਮਦੂਤ ਨਹੀਂ ਆਉਂਦੇ। ਉਹਨਾਂ ਨੂੰ ਹਾਏ ਹਾਏ ਕਰਨ ਦੀ ਲੋੜ ਨਹੀਂ ਪੈਂਦੀ। ਮੈਂ ਕੱਲ ਵੇਖ ਰਿਹਾ ਸੀਗਾ, ਵੀਡੀਓ ਆਈ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਜਿਹੜੇ ਮਹਾਂਪੁਰਸ਼ ਸਨ, ਨਾਮ ਜਪਾਉਂਦੇ ਸਨ ਉੱਥੇ ਸਤਿਨਾਮ ਦਾ, ਤੇ ਉਹ ਜਦੋਂ ਚੋਲਾ ਛੱਡਣ ਲੱਗੇ ਨਾ, ਤੇ ਉਹਨਾਂ ਦੇ ਮੁਖ ਤੇ ਬਾਣੀ ਚੱਲ ਰਹੀ ਸੀ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲਿਏ ਤਿਨ ਰਖਣ ਹਾਰ, ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਸ ਤਰ੍ਹਾਂ ਉਹਨਾਂ ਦੇ ਮੁਖ ਤੋਂ ਮੈਂ ਇਹ ਜਿਹੜੇ ਸ਼ਬਦ ਸੁਣ ਰਿਹਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ, ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇੜੇ। ਉਹ ਇਵੇਂ ਸ਼ਬਦ ਪੜ੍ਹ ਰਹੇ ਸਨ ਤੇ ਸ਼ਬਦ ਜਪਦੇ ਹੀ ਉਹਨਾਂ ਦੇ ਸੁਵਾਸੇ ਪੂਰੇ ਹੋ ਗਏ। ਇਸ ਤਰ੍ਹਾਂ ਕਿਤੇ ਸਾਡੀ ਵੀ ਜਿਹੜੀ ਹੈ ਜ਼ਿੰਦਗੀ, ਅਸੀਂ ਵੀ ਜਾਣਾ ਸਾਰਿਆਂ ਨੇ, ਵਾਰੀ ਸਾਰਿਆਂ ਦੀ ਆਉਣੀ ਹੈ। ਕੋਈ ਅੱਜ ਚਲਾ ਗਿਆ, ਕੋਈ ਭਲਕੇ ਚਲਾ ਗਿਆ, ਪਰ ਉਹ ਜੀਵ ਭਾਗਾਂ ਵਾਲੇ,
ਉਹ ਜੀਵ ਕਰਮਾਂ ਵਾਲੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਪ੍ਰਮਾਤਮਾ ਦੀ ਸਿਫਤ ਕਰਦੇ, ਬੰਦਗੀ ਕਰਦੇ, ਮਹਾਂਪੁਰਖਾਂ ਦਾ ਪਿਆਰ ਕਰਦੇ, ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਗੁਰੂ ਨਾਨਕ ਉਹਨਾਂ ਤੇ ਮਿਹਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੈ ਬਲਹਾਰੈ, ਜਿਨ ਪੂਰਨ ਪੈਜ ਰਖਾਈ। ਮੈਂ ਉਹਨਾਂ ਤੋਂ ਵਾਰੇ ਵਾਰੇ ਜਾਣਾ, ਮੈਂ ਉਹਨਾਂ ਤੋਂ ਬਲਹਾਰੇ ਜਾਣਾ, ਉਸ ਦਾਤੇ ਤੋਂ ਜਿਨਨੇ ਮੈਨੂੰ ਆਪਣੀ ਸੇਵਾ ਦੇ ਵਿੱਚ ਲਾਇਆ, ਜਿਨਨੇ ਮੇਰੀ ਇੱਛਾ ਪੂਰੀ ਕੀਤੀ ਹੈ, ਜਿਨਨੇ ਮੇਰੇ ਮਨ ਦੀ ਮਨੋਕਾਮਨਾ ਪੂਰੀ ਕੀਤੀ ਹੈ। ਕਹਿੰਦੇ ਮੈਂ ਉਸ ਦਾਤੇ ਤੋਂ, ਪ੍ਰਭੂ ਤੋਂ ਵਾਰੇ ਵਾਰੇ ਜਾਣਾ, ਜਿਨਨੇ ਮੇਰੀ ਪੈਜ ਰੱਖੀ ਹੈ, ਜਿਨਨੇ ਮੇਰੀ ਬਾਂਹ ਫੜੀ ਹੈ। ਇਸ ਕਰਕੇ ਆਪਾਂ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਕਰੀਏ, ਸਿਮਰਨ ਕਰਿਆ ਕਰੀਏ, ਬੰਦਗੀ ਕਰਿਆ ਕਰੀਏ, ਸਮੇਂ ਸਿਰ ਆਣ ਕੇ ਹਾਜ਼ਰੀ ਭਰ ਕੇ